ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਆਪ ਜੀ ਨੂੰ ਪਤਾ ਹੋਵੇਗਾ, ਬੀਤੇ ਸ਼ੁੱਕਰਵਾਰ ਵਾਲੇ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ ਫੱਗਣ ਮਹੀਨੇ ਦੀ ਪ੍ਰਾਰੰਭਤਾ ਹੋਈ ਸੀ। ਸੋ ਅੱਜ ਆਪਾਂ ਉਸੇ ਸੰਬੰਧ ਵਿੱਚ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਮਹੀਨੇ ਦੇ ਸਿਰਲੇਖ ਹੇਠਾਂ ਸ਼ਬਦ ਉਚਾਰਨ ਕੀਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 136 ਤੇ ਦਰਜ ਹੈ, ਉਸ ਦੀ ਵਿਚਾਰ ਸਾਂਝੀ ਕਰਾਂਗੇ। ਸੋ ਇਹ ਜੋ ਫਲਗੁਣ ਮਹੀਨਾ ਹੈ, ਕਿਉਂਕਿ ਗੁਰੂ ਜੀ ਨੇ ਇਸ ਦਾ ਨਾਮ ਫਲਗੁਣ ਹੀ ਲਿਖਿਆ ਹੈ, ਆਪਾਂ ਵੈਸੇ ਫੱਗਣ ਇਸ ਨੂੰ ਆਖ ਦਿੰਦੇ ਹਾਂ। ਇਹ ਜੋ ਫਲਗੁਣ ਮਹੀਨਾ ਹੈ, ਇਹ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਲ ਦਾ ਅਖੀਰਲਾ ਮਹੀਨਾ ਹੈ, ਯਾਨੀ 12ਵਾਂ ਮਹੀਨਾ। ਇੱਕ ਸਾਲ ਪਹਿਲਾਂ ਆਪਾਂ ਜਦੋਂ ਸ਼ੁਰੂ ਕੀਤਾ ਸੀ 12 ਮਾਹਾਂ ਦੀ ਵਿਚਾਰ ਚੇਤ ਦੇ ਮਹੀਨੇ ਤੋਂ। ਸੋ ਜਿਹੜਾ ਚੇਤ ਦਾ ਮਹੀਨਾ ਹੈ, ਇਹ ਪਹਿਲਾ ਮਹੀਨਾ ਹੈ ਤੇ ਫਲਗੁਣ ਦਾ ਮਹੀਨਾ ਆਖਰੀ ਮਹੀਨਾ ਹੈ ਸਾਲ ਦਾ। ਸੋ ਆਪਾਂ ਥੋੜ੍ਹਾ ਜਿਹਾ ਵਿਚਾਰ ਕਰਦੇ ਹਾਂ ਕਿ ਆਪਾਂ ਜਦੋਂ ਇਹ ਸ਼ੁਰੂ ਕੀਤਾ ਸੀ 12 ਮਾਹਾਂ ਦੀ ਬਾਣੀ ਨੂੰ ਸਮਝਣਾ, ਤੇ ਆਪਾਂ ਚੇਤ ਦੇ ਮਹੀਨੇ ਤੋਂ ਪ੍ਰਾਰੰਭ ਕਰਕੇ ਇਹ ਗੱਲ ਸਮਝੀ ਸੀ ਕਿ ਗੁਰੂ ਸਾਹਿਬ ਨੇ ਸਾਨੂੰ ਜਿਵੇਂ ਪੂਰੇ ਸਾਲ ਵਾਸਤੇ ਸਾਡਾ ਇੱਕ ਰੈਜ਼ੋਲੂਸ਼ਨ ਬਣਾ ਦਿੱਤਾ ਕਿ ਤੁਸੀਂ ਸਾਰੇ ਸਾਲ ਵਿੱਚ ਕੀ ਕਰਨਾ ਹੈ। ਜਦੋਂ ਚੇਤ ਦਾ ਮਹੀਨਾ ਪ੍ਰਾਰੰਭ ਹੋਇਆ ਸੀ ਤੇ ਉਦੋਂ ਗੁਰੂ ਜੀ ਨੇ ਆਪਾਂ ਨੂੰ ਇਹ ਆਦੇਸ਼, ਇਹ ਸਿੱਖਿਆ ਬਖਸ਼ੀ ਸੀ, ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਘਣਾ। ਆਪਾਂ ਇਹ ਗੱਲ ਸਮਝੀ ਸੀ ਕਿ ਸਾਰੀ ਦੁਨੀਆ, ਅਸੀਂ ਸਾਰੇ ਪ੍ਰਾਣੀ ਮਾਤਰ ਜਿੰਨੇ ਜੀਵ ਹਾਂ, ਅਸੀਂ ਸੁੱਖ ਭਾਲਦੇ ਹਾਂ ਕਿ ਸਾਨੂੰ ਦੁਨਿਆਵੀ ਤੌਰ 'ਤੇ ਸੁੱਖ ਮਿਲੇ, ਚਾਹੇ ਉਹ ਸਾਡਾ ਸਰੀਰਕ ਸੁੱਖ ਹੋਵੇ, ਚਾਹੇ ਉਹ ਪਰਿਵਾਰਕ ਹੋਵੇ, ਚਾਹੇ ਸਮਾਜਿਕ ਹੋਵੇ, ਚਾਹੇ ਮਾਨਸਿਕ ਹੋਵੇ, ਸਾਨੂੰ ਹਰ ਤਰ੍ਹਾਂ ਨਾਲ ਸੁੱਖ ਮਿਲਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਨੇ ਆਖਿਆ ਸੀ ਕਿ ਤੁਹਾਨੂੰ ਜੇ ਸੁੱਖ ਚਾਹੀਦਾ ਹੈ ਤੇ ਇਹੋ ਜਿਹੀ ਕੋਈ ਗੱਲ ਨਹੀਂ ਕਿ ਤੁਹਾਨੂੰ ਸੁੱਖ ਮਿਲ ਨਹੀਂ ਸਕਦਾ। ਸੁੱਖ ਜ਼ਰੂਰ ਮਿਲੇਗਾ, ਪਰ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਵਾਹਿਗੁਰੂ ਜੀ ਦੀ ਅਰਾਧਨਾ ਕਰੋ। ਪਰਮੇਸ਼ਵਰ ਨੂੰ ਅਰਾਧਨ ਦੇ ਨਾਲ ਸਾਨੂੰ ਸਦੀਵੀ ਆਤਮਿਕ ਆਨੰਦ ਜਾਂ ਸੁੱਖ ਪ੍ਰਾਪਤ ਹੋ ਜਾਂਦਾ ਹੈ। ਤੇ ਥੋੜ੍ਹਾ ਨਹੀਂ, ਇੱਥੇ ਸ਼ਬਦ ਘਣਾ ਵਰਤਿਆ ਗੁਰੂ ਜੀ ਨੇ, ਬਹੁਤ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ। ਤੇ ਫਿਰ ਇਸ ਮਹੀਨੇ ਵਿੱਚ ਗੋਬਿੰਦ ਨੂੰ ਕਿਵੇਂ ਅਰਾਧੀਏ, ਕਿਵੇਂ ਉਸ ਮਾਲਕ ਦੇ ਨਾਲ ਜੁੜੀਏ, ਸਾਨੂੰ ਇਹ ਵੀ ਸਮਝਾ ਦਿੱਤਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਭਣਾ ਦਾ ਮਤਲਬ ਹੁੰਦਾ ਹੈ ਉਚਾਰਨ ਕਰਨਾ। ਸੋ ਅਸੀਂ ਜਦੋਂ ਸੰਤਾਂ ਦੀ ਸੰਗਤ ਵਿੱਚ ਬੈਠਦੇ ਹਾਂ ਤੇ ਸਾਨੂੰ ਪ੍ਰੇਰਨਾ ਮਿਲਦੀ ਹੈ ਆਪਣੀ ਰਸਨਾ ਤੋਂ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਨ ਦੀ। ਸੋ ਜਿਵੇਂ ਜਿਵੇਂ ਅਸੀਂ ਆਪਣੀ ਰਸਨਾ ਦੁਆਰਾ, ਆਪਣੀ ਜੀਭ ਦੁਆਰਾ ਮਾਲਕ ਦੇ ਨਾਮ ਦਾ ਉਚਾਰਨ ਕਰਦੇ ਹਾਂ, ਜਾਪ ਕਰਦੇ ਹਾਂ, ਹੌਲੀ ਹੌਲੀ ਇਹ ਸਿਮਰਨ ਸਾਡੇ ਅੰਦਰ ਅੰਤਸ਼ਕਰਨ ਵਿੱਚ ਜਾਣਾ ਪ੍ਰਾਰੰਭ ਹੁੰਦਾ ਹੈ। ਫਿਰ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਆਪਾਂ ਸੌਂ ਜਾਂਦੇ ਹਾਂ
ਤੇ ਖਿਆਲਾਂ ਵਿੱਚ ਜਾਂ ਸੁਪਨੇ ਵਿੱਚ ਕਿਤੇ ਨਾ ਕਿਤੇ ਵਾਹਿਗੁਰੂ ਜੀ ਦੀ ਯਾਦ ਬਣੀ ਰਹਿੰਦੀ ਹੈ। ਸੋ ਇਸ ਦਾ ਮਤਲਬ ਹੈ ਕਿ ਉਹ ਪਰਮੇਸ਼ਵਰ ਦੀ ਯਾਦ ਹੁਣ ਸਾਡੇ ਅੰਤਸ਼ਕਰਨ ਵਿੱਚ ਉਤਰ ਗਈ ਹੈ। ਇਸੇ ਕਰਕੇ ਹੀ ਕੰਮ ਧੰਦਾ ਕਰਦਿਆਂ ਵੀ ਕਈ ਵਾਰੀ ਖਿਆਲ ਬਣ ਜਾਂਦਾ ਹੈ ਪ੍ਰਮਾਤਮਾ ਦੇ ਬਾਰੇ, ਕਈ ਵਾਰੀ ਸੁੱਤਿਆਂ ਸੁਪਨੇ ਵਿੱਚ ਰੱਬ ਦਾ ਚੇਤਾ ਆਉਂਦਾ ਹੈ। ਸੋ ਇਹਦਾ ਮਤਲਬ ਇਹ ਹੀ ਹੈ ਕਿ ਸਾਡੇ ਅੰਤਸ਼ਕਰਨ ਵਿੱਚ ਮਾਲਕ ਦੀ ਯਾਦ ਵਸ ਗਈ ਹੈ। ਭਾਵੇਂ ਅਜੇ ਬਹੁਤ ਥੋੜ੍ਹੀ ਵਸੀ ਹੈ, ਅਜੇ ਬਹੁਤ ਡੂੰਘੀ ਯਾਦ ਨਹੀਂ ਬਣੀ, ਪਰ ਫਿਰ ਵੀ ਸਾਨੂੰ ਸਤ ਸੰਗਤ ਵਿੱਚ ਬਹਿ ਕੇ, ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬਹਿ ਕੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿਮਰਨ ਕਰਨ ਦੇ ਨਾਲ ਸਾਨੂੰ ਬਹੁਤ ਸਾਰੇ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ, ਭਾਵ ਆਤਮਿਕ ਸੁੱਖ ਮਿਲ ਸਕਦਾ ਹੈ। ਸੋ ਇੱਥੋਂ ਸ਼ੁਰੂ ਕੀਤਾ ਸੀ ਤੇ ਜਿਨ੍ਹਾਂ ਵਡਭਾਗੀਆਂ ਨੇ ਸਾਰਾ ਸਾਲ ਇਸ ਦੇ ਉੱਤੇ ਕੰਮ ਕੀਤਾ ਹੋਏਗਾ, ਥੋੜ੍ਹਾ ਬਹੁਤਾ ਨਾਮ ਜਪਿਆ ਹੋਏਗਾ, ਸੇਵਾ ਕੀਤੀ ਹੋਏਗੀ, ਚੰਗੇ ਪਾਸੇ ਧਿਆਨ ਜੋੜਿਆ ਹੋਏਗਾ, ਤੇ ਮੈਂ ਆਸ ਰੱਖਦਾ ਕਿ ਉਹਨਾਂ ਨੂੰ ਜ਼ਰੂਰ ਵਾਹਿਗੁਰੂ ਜੀ ਨੇ ਰਹਿਮਤ ਕਰਕੇ ਅੰਤਸ਼ਕਰਨ ਵਿੱਚ ਥੋੜ੍ਹਾ ਬਹੁਤਾ ਨਾਮ ਦੀ ਜਿਹੜੀ ਰੌਂ ਹੈ ਉਹ ਜ਼ਰੂਰ ਚੱਲੀ ਹੋਵੇਗੀ। ਜੇ ਨਹੀਂ ਤੇ ਕੁਛ ਨਹੀਂ ਅਜੇ ਵਿਗੜਿਆ, ਆਪਾਂ ਹੁਣ ਫਿਰ ਸ਼ੁਰੂ ਕਰ ਸਕਦੇ ਹਾਂ। ਅਗਲੇ ਮਹੀਨੇ ਤੋਂ ਕਾਹਦੇ ਲਈ, ਅੱਜ ਤੋਂ ਹੀ ਕਿਉਂ ਨਾ ਕਰ ਲਈਏ, ਕਿਉਂਕਿ ਜਿਹੜਾ ਅੱਜ ਦਾ ਮਹੀਨਾ ਹੈ ਇਹ ਆਖਰੀ ਮਹੀਨਾ ਹੈ ਤੇ ਇਹਦੇ ਵਿੱਚ ਗੁਰੂ ਸਾਹਿਬ ਫਿਰ ਸਾਨੂੰ ਜਿਵੇਂ ਰਿਮਾਈਂਡ ਨਹੀਂ ਕਰਾਈ ਦੀ, ਕੋਈ ਗੱਲ ਦੁਬਾਰਾ ਚੇਤੇ ਕਰਵਾਈ ਦੀ ਏ ਵੀ 1 ਸਾਲ ਪਹਿਲਾਂ ਤੁਹਾਨੂੰ ਆਹ ਗੱਲ ਆਖੀ ਸੀ ਕਿ ਸਾਧੂਆਂ ਦੀ ਸੰਗਤ ਵਿੱਚ ਬਹਿ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਬਹੁਤ ਸਾਰੀ ਖੁਸ਼ੀ ਨਸੀਬ ਹੋਵੇਗੀ। ਅੱਜ ਫਿਰ ਸਾਨੂੰ ਚੇਤਾ ਕਰਾਉਂਦੇ ਨੇ ਫਲਗੁਣ ਆਨੰਦ ਉਪਾਰਜਨਾ। ਉਪਾਰਜਨਾ ਦਾ ਮਤਲਬ ਹੁੰਦਾ ਹੈ ਪੈਦਾ ਹੋਣਾ, ਉਪਜਣਾ। ਜਿਵੇਂ ਉਪਰਜਨਾ, ਉਪਰਜ, ਉਪਜਣਾ, ਤੇ ਇਸ ਤਰ੍ਹਾਂ ਇਹ ਸ਼ਬਦ ਬਦਲ ਜਾਂਦਾ ਹੈ, ਪਰ ਇਹਦਾ ਜਿਹੜਾ ਰੂਟ ਹੈ ਉਹ ਉਪਜ ਹੈ। ਉਪਾਰਜਨਾ, ਉਪਜਣਾ, ਪੈਦਾ ਹੋਣਾ। ਫਲਗੁਣ ਦੇ ਮਹੀਨੇ ਵਿੱਚ ਆਨੰਦ ਉਪਾਰਜਨਾ, ਆਨੰਦ ਜੀਵ ਰੂਪ ਜਗਿਆਸੂ ਇਸਤਰੀ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ। ਇਹ ਆਨੰਦ ਕਿਉਂ ਪੈਦਾ ਹੁੰਦਾ ਹੈ? ਇੱਕ ਤਾਂ ਇਹ ਗੱਲ ਕਿ ਜਦੋਂ ਸਤਿਗੁਰੂ ਜੀ ਨੇ 12 ਮਾਹ ਸ਼ੁਰੂ ਕਰਵਾਇਆ ਸੀ, ਚੇਤ ਦਾ ਮਹੀਨਾ, ਉਦੋਂ ਵੀ ਸਾਨੂੰ ਇਹ ਹਦਾਇਤ ਕੀਤੀ ਸੀ ਕਿ ਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਤੇ ਜਿਹੜੇ ਲੋਕ ਸਾਰਾ ਸਾਲ ਸਿਮਰਨ ਕਰਦੇ ਆਏ ਵਿੱਚ ਮੌਸਮ ਬਦਲਦੇ ਰਹੇ, ਤਬਦੀਲੀ ਆਉਂਦੀ ਰਹੀ, ਕਦੀ ਗਰਮੀ ਆਈ, ਕਦੀ ਸਰਦੀ ਆਈ, ਕਦੀ ਬਸੰਤ ਆਈ, ਕਦੀ ਪਤਝੜ ਆਈ, ਕਦੀ ਮੀਂਹ ਪਏ, ਕਦੀ ਹਨੇਰੀਆਂ ਵਗੀਆਂ। ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਸਾਡੇ ਮਨ 'ਤੇ ਪ੍ਰਭਾਵ ਪਿਆ। ਪਰ ਹੁਣ ਇਸ ਫੱਗਣ ਦੇ ਮਹੀਨੇ ਵਿੱਚ ਭਾਵੇਂ ਜਿਹੜੀ ਬਸੰਤ ਰੁੱਤ ਹੈ ਉਹ ਮਾਘ ਵਿੱਚ ਸ਼ੁਰੂ ਹੋ ਜਾਂਦੀ ਹੈ, ਪਰ ਫੱਗਣ ਦੇ ਮਹੀਨੇ ਵਿੱਚ ਤੇ ਕਾਫੀ ਅਸੀਂ ਹਿੰਦੁਸਤਾਨ ਵਿੱਚ ਗਰਮੀ ਮਹਿਸੂਸ ਕਰਨ ਲੱਗ ਪੈਂਦੇ ਹਾਂ। ਭਾਵ ਕਿ ਸਰਦੀ ਨਿਕਲ ਜਾਂਦੀ ਹੈ ਤੇ ਗਰਮੀ ਦੀ ਪ੍ਰਾਰੰਭਤਾ ਹੋ ਜਾਂਦੀ ਹੈ। ਭਾਵੇਂ ਇਸ ਵਾਰੀ ਤਾਂ ਇੱਥੇ ਉਲਟ ਹੋ ਗਿਆ ਹੈ, ਪਰਸੋਂ ਫਰਾਈਡੇ ਨੂੰ ਸ਼ੁੱਕਰਵਾਰ ਸ਼ੁਰੂ ਹੋਇਆ ਤੇ ਸ਼ੁੱਕਰਵਾਰ ਹੀ ਠੰਡ ਸ਼ੁਰੂ ਹੋਈ ਹੈ, ਪਹਿਲਾਂ ਠੀਕ ਹੀ ਰਿਹਾ। ਪਰ ਚਲੋ ਇਹ ਮੌਸਮ ਕਦੀ ਕਦੀ ਇਸ ਤਰ੍ਹਾਂ ਤਬਦੀਲ ਹੋ ਜਾਂਦਾ ਹੈ। ਇਹ ਸਾਰਾ ਕੁਦਰਤੀ ਨਿਯਮ ਨੇ ਜੋ ਵੀ ਹੈ। ਸੋ ਗੁਰੂ ਸਾਹਿਬ ਆਖਦੇ ਨੇ ਕਿ ਬਸੰਤ ਰੁੱਤ ਜਦੋਂ ਸ਼ੁਰੂ ਹੁੰਦੀ ਹੈ ਉਸ ਦਾ ਵੀ ਸਾਡੇ ਮਨ 'ਤੇ ਪ੍ਰਭਾਵ ਪੈਂਦਾ ਹੈ। ਭਾਵੇਂ ਨਾਮ ਜਪਦਿਆਂ ਤੇ ਭਾਵੇਂ ਇਸ ਬਸੰਤ ਰੁੱਤ ਨੂੰ ਜਦੋਂ ਇਹ ਆਉਂਦੀ ਹੈ, ਜੰਗਲ ਹਰੇ ਭਰੇ ਹੁੰਦੇ ਨੇ, ਨਵੀਆਂ ਪੱਤੀਆਂ ਨਿਕਲਦੀਆਂ ਨੇ, ਪੰਛੀਆਂ ਦਾ ਚਹਿਚਹਾਣਾ ਸਾਡੇ ਮਨ ਨੂੰ ਚੰਗਾ ਲੱਗਦਾ ਹੈ ਤੇ ਸਾਡੇ ਮਨ ਵਿੱਚ ਆਨੰਦ ਦੀ ਲਹਿਰ ਦੌੜ ਜਾਂਦੀ ਹੈ, ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਹੁਣ ਸਤਿਗੁਰੂ ਆਖਦੇ ਨੇ ਫਲਗੁਣ ਆਨੰਦ ਉਪਾਰਜਨਾ, ਪਰ ਇੱਥੇ ਆਨੰਦ ਕਿਵੇਂ ਪੈਦਾ ਹੋਇਆ? ਹਰ ਸੱਜਣ ਪ੍ਰਗਟੇ ਆਏ। ਇਸ ਸੁਹਾਵਣੀ ਰੁੱਤ ਵਿੱਚ ਵਾਹਿਗੁਰੂ ਜੀ
ਜੀਵ ਰੂਪ ਜਗਿਆਸੂ ਇਸਤਰੀ ਦੇ ਹਿਰਦੇ ਵਿੱਚ ਪ੍ਰਗਟ ਹੋ ਗਏ। ਸੋ ਇੱਥੇ ਇੱਕ ਥੋੜ੍ਹੀ ਜਿਹੀ ਗੱਲ ਅਸੀਂ ਸਮਝ ਕੇ ਅੱਗੇ ਚੱਲਣਾ ਹੈ ਕਿ ਗੁਰੂ ਜੀ ਨੇ ਆਖਿਆ ਹਰ ਸੱਜਣ ਪ੍ਰਗਟੇ ਆਏ, ਵਾਹਿਗੁਰੂ ਜੀ ਪ੍ਰਗਟ ਹੋ ਗਏ। ਇਹਦਾ ਮਤਲਬ ਕੀ ਹੋਇਆ ਕਿ ਪਹਿਲਾਂ ਵਾਹਿਗੁਰੂ ਜੀ ਗੁਪਤ ਸਨ। ਇਹਦਾ ਇਹ ਮਤਲਬ ਨਹੀਂ ਕਿ ਪਹਿਲਾਂ ਵਾਹਿਗੁਰੂ ਜੀ ਦੀ ਹੋਂਦ ਸਾਡੇ ਅੰਦਰ ਨਹੀਂ ਸੀ, ਪਹਿਲਾਂ ਵੀ ਵਾਹਿਗੁਰੂ ਜੀ ਦੀ ਹੋਂਦ ਬਰਕਰਾਰ ਸੀ, ਹੁਣ ਵੀ ਬਰਕਰਾਰ ਏ, ਅੱਗੇ ਨੂੰ ਵੀ ਰਹੇਗੀ, ਪਰ ਉਹ ਗੁਪਤ ਰੂਪ ਵਿੱਚ ਰਹਿੰਦੀ ਏ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇੱਕ ਬਚਨ ਲਿਖਿਆ ਬਹੁਤ ਸੁੰਦਰ, ਸਾਰੇ ਹੀ ਬਚਨ ਬੜੇ ਸੁੰਦਰ ਨੇ। ਆਪ ਜੀ ਆਖਦੇ ਨੇ ਗੁਪਤ ਪ੍ਰਗਟ ਸਭ ਜਾਣੀਐ, ਜੇ ਮਨ ਰਾਖੈ ਠਾਏ। ਜੇ ਕੋਈ ਮਨੁੱਖ ਆਪਣੇ ਮਨ ਨੂੰ ਇੱਕ ਜਗ੍ਹਾ ਤੇ ਰੋਕ ਕੇ ਰੱਖੇ, ਫੁਰਨੇ ਨਾ ਉੱਠਣ, ਮਨ ਵਿੱਚ ਭਟਕਣਾ ਨਾ ਹੋਵੇ, ਮਨ ਦਾ ਟਿਕਾ ਬਣਿਆ ਰਵੇ। ਸ਼ੁੱਕਰਵਾਰ ਆਪਾਂ ਧਿਆਨ ਦੀ ਗੱਲ ਕਰ ਰਹੇ ਸਾਂ। ਧਿਆਨ ਦਾ ਮਤਲਬ ਇਹ ਟਿਕਾ, ਮਨ ਦਾ ਰੁਕ ਜਾਣਾ, ਮਨ ਦਾ ਇੱਕ ਕਿਸੇ ਕੇਂਦਰਿਤ ਥਾਂ ਤੇ ਰੁਕ ਜਾਣਾ, ਉਸ ਨੂੰ ਧਿਆਨ ਟਿਕਣਾ ਆਖਦੇ ਨੇ। ਸੋ ਜਿਸ ਮਨੁੱਖ ਦਾ ਮਨ ਟਿਕ ਜਾਏ, ਉਸ ਨੂੰ ਗੁਪਤ ਤੇ ਪ੍ਰਗਟ ਸਾਰੀਆਂ ਚੀਜ਼ਾਂ ਦੀ ਸੋਝੀ ਹੋ ਜਾਂਦੀ ਹੈ। ਇਹ ਗੁਰਬਾਣੀ ਦਾ ਮੰਨਣਾ ਹੈ ਕਿ ਇਸ ਸੰਸਾਰ ਦੇ ਵਿੱਚ ਬਹੁਤ ਕੁਝ ਗੁਪਤ ਹੈ ਤੇ ਬਹੁਤ ਕੁਝ ਪ੍ਰਗਟ ਹੈ। ਇਸ ਬਹੁਤ ਕੁਝ ਗੁਪਤ ਤੇ ਬਹੁਤ ਕੁਝ ਪ੍ਰਗਟ ਦੇ ਵਿੱਚ ਇੱਕ ਅਜਿਹੀ ਸ਼ਕਤੀ ਹੈ ਜਿਹੜੀ ਦੋਵਾਂ ਵਿੱਚ ਇੱਕੋ ਜਿਹੀ ਵਰਤਦੀ ਹੈ, ਜਿਸ ਨੂੰ ਆਪਾਂ ਪ੍ਰਮਾਤਮਾ ਆਖਦੇ ਹਾਂ। ਹੁਣ ਸਾਡੇ ਅੰਦਰ ਉਹ ਗੁਪਤ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ। ਜਦੋਂ ਕਿਸੇ ਮਨੁੱਖ ਦਾ ਮਨ ਟਿਕ ਜਾਂਦਾ ਹੈ ਤੇ ਉਹ ਜਿਹੜੀ ਸ਼ਕਤੀ ਗੁਪਤ ਹੁੰਦੀ ਏ, ਉਹ ਸ਼ਕਤੀ ਪ੍ਰਗਟ ਹੋ ਜਾਂਦੀ ਹੈ। ਇਹ ਮਨ ਦੇ ਵਿੱਚ ਇੰਨੀ ਵੱਡੀ ਸਮਰੱਥਾ ਹੈ, ਆਪਣੇ ਸਾਰਿਆਂ ਵਿੱਚ ਇੰਨੀ ਵੱਡੀ ਤਾਕਤ ਹੈ। ਗੁਰਬਾਣੀ ਵਿੱਚ ਇਸ ਮਨ ਦੇ ਸੰਬੰਧ ਵਿੱਚ ਬਚਨ ਲਿਖੇ ਹੋਏ ਮਿਲਦੇ ਨੇ। ਇਹ ਮਨ ਸ਼ਕਤੀ, ਇਹ ਮਨ ਸੀਓ। ਇਹ ਮਨ ਜੇ ਮਾਇਆ ਦੇ ਵਿੱਚ ਖਚਤ ਹੋ ਜਾਏ, ਰੁਚੀ ਮਾਇਆ ਵਿੱਚ ਲੱਗ ਜਾਏ, ਤੇ ਇਹ ਮਨ ਮਾਇਆ ਦਾ ਰੂਪ ਹੋ ਜਾਂਦਾ ਹੈ। ਜੇ ਬਿਰਤੀ ਵਾਹਿਗੁਰੂ ਜੀ ਵਿੱਚ ਟਿਕ ਜਾਏ ਤੇ ਇਹ ਮਨ ਪਰਮੇਸ਼ਵਰ ਦਾ ਰੂਪ ਹੋ ਜਾਂਦਾ ਹੈ। ਯਾਨੀ ਇਹ ਮਨ ਹੀ ਬਦਲ ਜਾਂਦਾ ਹੈ। ਇਹ ਮਨ ਲੈ ਜੋ ਉਨ ਮਨ ਰਹਿ, ਇਹ ਮਨ ਬਦਲ ਜਾਂਦਾ ਹੈ। ਹੁਣ ਸਾਡਾ ਮਨ ਹਰ ਵਕਤ ਮਾਇਆ ਦੇ ਬਾਰੇ ਸੋਚਦਾ ਸੋਚਦਾ ਇਹ ਮਾਇਆ ਦਾ ਰੂਪ ਬਣ ਚੁੱਕਾ ਹੈ। ਪਰ ਜੇ ਅਸੀਂ ਇਸ ਨੂੰ ਤਬਦੀਲ ਕਰੀਏ ਤੇ ਇਹ ਬਦਲਦਾ ਬਦਲਦਾ ਸ਼ਿਵ ਰੂਪ ਹੋ ਜਾਏਗਾ, ਭਾਵ ਪਰਮਾਤਮਾ ਦਾ ਰੂਪ ਹੋ ਜਾਏਗਾ। ਇਹ ਸਾਡੇ ਮਨ ਦਾ ਸੁਭਾਅ ਇਸ ਤਰ੍ਹਾਂ ਦਾ ਏ ਜਿਸ ਤਰ੍ਹਾਂ ਦਾ ਪਾਣੀ ਦਾ ਸੁਭਾਅ ਹੈ। ਪਾਣੀ ਨੂੰ ਕਿਸੇ ਸ਼ੇਪ ਦੇ ਬਰਤਨ ਵਿੱਚ ਪਾਓ, ਉਹ ਉਹੋ ਜਿਹਾ ਆਪਣਾ ਰੂਪ ਵਟਾ ਲੈਂਦਾ ਹੈ। ਜਿਸ ਮਰਜ਼ੀ ਭਾਂਡੇ 'ਚ ਪਾਓ, ਇਹ ਪਾਣੀ ਦਾ ਰੂਪ ਯਾਨੀ ਉਹੋ ਜਿਹੀ ਸ਼ੇਪ ਅਖਤਿਆਰ ਕਰ ਲੈਂਦਾ ਹੈ। ਇਹ ਜਿੱਦ ਨਹੀਂ ਕਰਦਾ। ਇਹ ਸਾਡੇ ਮਨ ਦਾ ਸੁਭਾਅ ਹੈ, ਇਹ ਵੀ ਜਿੱਦ ਨਹੀਂ ਕਰਦਾ। ਪਰ ਅਸੀਂ ਛੱਡ ਨਹੀਂ ਰਹੇ ਮਾਇਆ ਦੀ ਪਕੜ ਜਿਹੜੀ ਹੈ ਨਾ, ਉਹਨੂੰ ਜਰਾ ਕੁ ਹਲਕੀ ਕਰਕੇ ਵੇਖੋ, ਢਿੱਲੀ ਕਰਕੇ ਵੇਖੋ, ਮਨ ਸਹਿ ਸੁਭਾਈ ਰੱਬ ਜੀ ਵੱਲ ਜਾਣਾ ਸ਼ੁਰੂ ਹੋ ਜਾਏਗਾ। ਸੋ ਇੰਨਾ ਕੁ ਧਿਆਨ ਰੱਖਣ ਦੀ ਲੋੜ ਹੈ ਕਿ ਰੱਬ ਜੀ ਕਿਤੋਂ ਬਾਹਰੋਂ ਨਹੀਂ ਆਉਂਦੇ, ਇਹ ਮਨ ਨੇ ਹੀ ਆਪਣਾ ਰੂਪ ਵਟਾ ਲੈਣਾ ਹੈ। ਇਹ ਹੁਣ ਮਾਇਆ ਦਾ ਰੂਪ ਹੈ, ਫਿਰ ਇਹਨੇ ਸ਼ਿਵ ਦਾ ਰੂਪ ਹੈ। ਮਨ ਸ਼ਕਤੀ ਹੈ, ਮਨ ਸੀਓ, ਮੈਨੇ ਸ਼ਿਵ, ਮੈਨੇ ਪਰਮਾਤਮਾ। ਇਹਨੇ ਪਰਮਾਤਮਾ ਦਾ ਰੂਪ ਧਾਰਨ ਕਰ ਜਾਣਾ ਹੈ ਤੇ ਫਿਰ ਇਹ ਹੀ ਪ੍ਰਗਟ ਹੋ ਜਾਏਗਾ। ਹੁਣ ਸਾਡੇ ਅੰਦਰ ਉਹ ਗੁਪਤ ਹੈ। ਫਲਗੁਨ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਜਦੋਂ ਵਾਹਿਗੁਰੂ ਜੀ ਜੀਵ ਰੂਪ ਜਗਿਆਸੂ ਇਸਤਰੀ ਦੇ ਹਿਰਦੇ ਵਿੱਚ ਪ੍ਰਗਟ ਹੋ ਗਏ ਤੇ ਇਸ ਫਲਗੁਨ ਦੇ ਮਹੀਨੇ ਵਿੱਚ ਉਸ ਦੇ ਅੰਦਰ ਬਹੁਤ ਸਾਰਾ ਆਨੰਦ ਪੈਦਾ ਹੋ ਗਿਆ, ਬੜੀ ਖੁਸ਼ੀ ਪੈਦਾ ਹੋ ਗਈ। ਤੇ ਇਸ ਦਾ ਕਾਰਨ ਕੀ ਬਣਿਆ? ਖੁਸ਼ੀ ਪੈਦਾ ਹੋਣ ਦਾ, ਮਨ ਦੀ ਤਬਦੀਲੀ ਦਾ, ਮਨ ਦਾ ਮਾਇਆ ਵੱਲੋਂ ਮੁੜ ਕੇ ਰੱਬ ਜੀ ਵੱਲ ਜੁੜਨ ਦਾ ਕਾਰਨ ਕੀ ਬਣਿਆ? ਕਿਉਂਕਿ ਅਸੀਂ ਪਿੱਛੇ ਸਮਝਿਆ ਸੀ ਕਿ ਕਿਸੇ ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ।
ਕਾਰਜ ਤਾਂ ਹੁੰਦਾ ਹੈ ਜੇ ਪਹਿਲਾਂ ਕਾਰਨ ਹੋਵੇ। ਸੋ ਕਿਸ ਕਾਰਨ ਇਹ ਮਨ ਬਦਲ ਗਿਆ, ਕਿਸ ਕਾਰਨ ਇਹ ਮਾਇਆ ਤੋਂ ਸ਼ਿਵ ਬਣ ਗਿਆ। ਸੰਤ ਸਹਾਈ ਰਾਮ ਕੇ। ਇੱਥੇ ਸਤਿਗੁਰੂ ਜੀ ਨੇ ਦੱਸਿਆ ਕਿ ਜਿਹੜੇ ਰਾਮ ਕੇ ਸੰਤ ਹੁੰਦੇ ਨੇ ਨਾ, ਰੱਬ ਦੇ ਪਿਆਰੇ ਲੋਕ ਹੁੰਦੇ ਨੇ, ਉਹ ਇਸ ਕਾਰਜ ਵਿੱਚ ਸਾਡੀ ਸਹਾਇਤਾ ਕਰਦੇ ਨੇ। ਕਰ ਕਿਰਪਾ ਦੀਆ ਮਿਲਾਏ। ਉਹਨਾਂ ਸੰਤਾਂ ਨੇ ਜਿਹੜੇ ਰਾਮ ਕੇ ਸੰਤ ਹੁੰਦੇ ਨੇ, ਉਹਨਾਂ ਨੇ ਕਿਰਪਾ ਕਰਕੇ ਰੱਬ ਮਿਲਾ ਦਿੱਤਾ। ਭਾਵ ਸਾਡੇ ਮਨ ਨੂੰ ਮਾਇਆ ਵੱਲੋਂ ਹੋੜ ਕੇ ਪਰਮੇਸ਼ਵਰ ਵੱਲ ਲਗਾ ਦਿੱਤਾ। ਜਿਵੇਂ ਮਨ ਪਰਮਾਤਮਾ ਵੱਲ ਲੱਗਿਆ ਤੇ ਲੱਗਦਿਆਂ ਲੱਗਦਿਆਂ ਇੰਨਾ ਗਹਿਰਾਈ ਤੱਕ ਮਨ ਚਲਾ ਗਿਆ ਕਿ ਅੰਦਰੋਂ ਰੱਬ ਜੀ ਪ੍ਰਗਟ ਹੋ ਗਏ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਲਾਈਨਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਸੰਤ ਸਹਾਈ ਰਾਮ ਕੇ, ਇਸ ਨੂੰ ਇਸ ਤਰ੍ਹਾਂ ਪੜ੍ਹ ਲਈਏ, ਸੰਤ ਰਾਮ ਕੇ ਜਾਂ ਰਾਮ ਕੇ ਸੰਤ, ਉਹ ਸਹਾਇਤਾ ਕਰਦੇ ਨੇ। ਇਹਦਾ ਮਤਲਬ ਇਹ ਬਣ ਗਿਆ ਕਿ ਇੱਥੇ ਰਾਮ ਕੇ ਸੰਤਾਂ ਦੀ ਗੱਲ ਕੀਤੀ, ਇਹਦਾ ਮਤਲਬ ਹੈ ਕਿ ਕੋਈ ਸੰਤ ਰੱਬ ਤੋਂ ਬਿਨਾਂ ਹੋਰ ਵੀ ਕਿਸੇ ਦੇ ਹੁੰਦੇ ਨੇ। ਸੋ ਜੇ ਅਸੀਂ ਇਹ ਗੱਲ ਸਮਝਣੀ ਹੋਵੇ, ਤੇ ਪਿੱਛੇ ਜਾਂ ਇੱਕ ਵਾਰੀ ਗੱਲ ਹੋਈ ਕਿ ਇੱਕ ਕਿਸੇ ਨੇ ਬਾਹਰ ਇਸ਼ਤਿਹਾਰ ਲਗਾਇਆ, ਉਹਦੇ ਉੱਤੇ ਲਿਖਿਆ ਪੂਰਨ ਬ੍ਰਹਮ ਗਿਆਨੀ, ਤੇ ਲੋਕਾਂ ਨੇ ਸਵਾਲ ਪੈਦਾ ਕਰ ਦਿੱਤਾ ਕਿ ਅਧੂਰਾ ਬ੍ਰਹਮ ਗਿਆਨੀ ਵੀ ਹੁੰਦਾ ਹੈ, ਲਿਖਣ ਦੀ ਕੀ ਲੋੜ ਹੈ, ਬ੍ਰਹਮ ਗਿਆਨੀ ਤੇ ਹਮੇਸ਼ਾ ਪੂਰਾ ਹੀ ਹੁੰਦਾ ਹੈ। ਪਰ ਅਸਲ ਵਿੱਚ ਇਹ ਬੜੇ ਨੁਕਤੇ ਨੇ, ਬੜੇ ਬਰੀਕ ਨੇ, ਸਮਝਣ ਵਾਲੇ ਨੇ। ਹੁਣ ਜਦੋਂ ਅਸੀਂ ਰਾਮ ਕੇ ਸੰਤਾਂ ਦੀ ਗੱਲ ਪੜ੍ਹਦੇ ਹਾਂ ਤੇ ਸਮਝ ਆਉਂਦੀ ਹੈ ਕਿ ਕੋਈ ਹੋਰ ਵੀ ਕਿਸੇ ਦੇ ਸੰਤ ਹੁੰਦੇ ਨੇ ਰੱਬ ਨੂੰ ਛੱਡ ਕੇ। ਉਹ ਕੌਣ ਹੁੰਦੇ ਨੇ? ਕਬੀਰ ਜੀ ਨੇ ਉਹ ਗੱਲ ਸਪਸ਼ਟ ਕਰ ਦਿੱਤੀ ਕਿ ਐਸੇ ਸੰਤ ਨਾ ਮੋਕੋ ਭਾਵੈ। ਉਹ ਸੰਤ ਜਿਹੜੇ ਰੱਬ ਦੇ ਸੰਤ ਨਹੀਂ ਹਨ, ਉਹ ਮੈਨੂੰ ਚੰਗੇ ਨਹੀਂ ਲੱਗਦੇ। ਸੰਤ ਬਹੁਤ ਚੰਗੇ ਲੱਗਦੇ ਨੇ ਕਬੀਰ ਜੀ ਨੂੰ, ਪਰ ਜਿਹੜੇ ਰਾਮ ਕੇ ਸੰਤ ਹੋਣ, ਜਿਹੜੇ ਰਾਮ ਕੇ ਸੰਤ ਨਹੀਂ, ਉਹ ਕਿਹਦੇ ਸੰਤ ਨੇ? ਉਹ ਮਾਇਆ ਦੇ ਸੰਤ ਨੇ। ਉਹਨਾਂ ਨੇ ਅੱਗੇ ਸਾਫ਼ ਲਿਖਿਆ ਹੋਇਆ। ਅੱਜ ਅਸੀਂ ਦੁਨੀਆ ਵਿੱਚ ਝਾਤੀ ਮਾਰਦੇ ਹਾਂ ਤੇ ਰਾਮ ਕੇ ਸੰਤ ਥੋੜ੍ਹੇ ਮਿਲਦੇ ਨੇ, ਮਾਇਆ ਕੇ ਸੰਤ ਬਹੁਤੇ ਮਿਲਦੇ ਨੇ। ਹਰ ਸੰਤ ਨੂੰ ਮਾਇਆ ਦੀ ਹੋੜ ਲੱਗੀ ਹੋਈ ਹੈ। ਉਹ ਲੱਖਾਂ ਡਾਲਰ ਕਮਾ ਕਮਾ ਕੇ ਰੱਜਦੇ ਨਹੀਂ, ਤੇ ਉਸ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਚੇਲੇ ਬਾਲ ਕੇ ਉਸ ਜਾਇਦਾਦ ਦੀ ਦੁਰਵਰਤੋਂ ਕਰਦੇ ਨੇ। ਅੱਜ ਦੁਨੀਆ ਵਿੱਚ ਵੇਖਿਆ ਜਾ ਸਕਦਾ ਹੈ। ਬੜੇ ਸਾਧੂਆਂ ਦੇ ਡੇਰੇ ਤੁਸੀਂ ਵੇਖੇ ਸੁਣੇ ਹੋਣੇ ਨੇ, ਅਖਬਾਰਾਂ ਵਿੱਚ ਨਿਤ ਪ੍ਰਤੀ ਵੱਡੀਆਂ ਵੱਡੀਆਂ ਮੋਟੀਆਂ ਸੁਰਖੀਆਂ ਲੱਗੀਆਂ ਹੁੰਦੀਆਂ ਕਿ ਫਲਾਣਾ ਸੰਤ ਮਰਿਆ ਤੇ ਉਹਦੇ ਪਿੱਛੋਂ ਇੰਨਾ ਧਨ ਪਦਾਰਥ ਨਿਕਲਿਆ, ਉਹਦੇ ਡੇਰੇ ਵਿੱਚੋਂ ਇੰਨੇ ਹੀਰੇ ਜਵਾਹਰਾਤ ਨਿਕਲੇ, ਸੋਨਾ ਚਾਂਦੀ ਨਿਕਲਿਆ, ਇੰਨੀ ਮਾਇਆ ਨਿਕਲੀ, ਇੰਨੀਆਂ ਮੁਲਕਾਂ ਦੀਆਂ ਕਰੰਸੀਜ਼ ਨਿਕਲੀਆਂ। ਇਹ ਆਪਾਂ ਆਮ ਸੁਣਦੇ ਹਾਂ। ਤੇ ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਸੰਤ ਰਾਮ ਕੇ ਸੰਤ ਨਹੀਂ ਸਨ। ਰਾਮ ਕੇ ਸੰਤ ਨੇ ਮਾਇਆ ਦਾ ਕੀ ਕਰਨਾ ਹੈ? ਉਹਦਾ ਤੇ ਮਨ ਹੀ ਸ਼ਿਵ ਰੂਪ ਹੋ ਗਿਆ। ਮਾਇਆ ਉਹਨੇ ਕੀ ਕਰਨੀ ਹੈ? ਮਾਇਆ ਤੇ ਉਹਦੀ ਦਾਸੀ ਬਣ ਚੁੱਕੀ ਹੈ। ਉਹ ਤੇ ਸੇਵਾ ਕਰੇਗੀ, ਪਰ ਉਹਨੂੰ ਜਮ੍ਹਾਂ ਕਰਕੇ ਰੱਖਣ ਦਾ ਕੀ ਤੁੱਕ ਬਣਦਾ ਹੈ? ਸੋ ਉਹ ਸੰਤ ਮਾਇਆ ਕੇ ਸੰਤ ਹੁੰਦੇ ਨੇ। ਕਬੀਰ ਜੀ ਨੇ ਆਖਿਆ, ਐਸੇ ਸੰਤ ਨਾ ਮੋਕੋ ਭਾਵੈ, ਡਾਲਾ ਸਿਉ ਪੇਡਾ ਗਟਕਾਵੇ। ਡਾਲਾ ਸਿਉ ਪੇਡਾ ਦਾ ਮਤਲਬ ਹੈ ਟਾਹਣੀਆਂ ਸਣੇ ਤਣੇ ਸਣੇ ਹੀ ਰੁੱਖ ਸਾਰਾ ਹੀ ਖਾ ਜਾਂਦੇ ਨੇ, ਨਿਗਲ ਜਾਂਦੇ ਨੇ। ਇਹਦਾ ਮਤਲਬ ਕੀ ਹੈ ਕਿ ਬੰਦੇ ਦੇ ਨਾਲ ਨਾਲ ਮਾਇਆ ਦੇ ਨਾਲ ਨਾਲ ਪੂਰਾ ਬੰਦਾ ਹੀ ਹੜਪ ਕਰ ਜਾਂਦੇ ਨੇ। ਬੰਦਾ ਲੱਭਦਾ ਹੀ ਨਹੀਂ ਗਿਆ ਕਿੱਥੇ ਆ। ਇੰਨੀ ਮਾਇਆ ਸੀ ਉਹਦੇ ਕੋਲ, ਸੰਤ ਦੇ ਅੜਿੱਕੇ ਚੜ੍ਹਿਆ, ਨਾ ਮਾਇਆ ਲੱਭੀ ਤੇ ਨਾ ਬੰਦਾ ਲੱਭਿਆ। ਐਸੇ ਸੰਤ ਨਾ ਮੋਕੋ ਭਾਵੈ। ਇਹੋ ਜਿਹੇ ਸੰਤ ਮੈਨੂੰ ਨਹੀਂ ਚੰਗੇ ਲੱਗਦੇ। ਮੈਨੂੰ ਸੰਤ ਉਹ ਚੰਗੇ ਲੱਗਦੇ ਨੇ ਜਿਹੜੇ ਰਾਮ ਦੇ ਸੰਤ ਨੇ ਤੇ ਰਾਮ ਦੇ ਮਿਲਾਪ ਦੇ ਕਾਰਜ ਵਿੱਚ ਸਾਡੀ ਸਹਾਇਤਾ ਕਰਦੇ ਨੇ। ਸੋ ਗੁਰੂ ਸਾਹਿਬ ਨੇ ਆਖਿਆ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਿਹੜੇ ਰੱਬ ਦੇ ਪਿਆਰੇ ਸਨ, ਰੱਬ ਦੇ ਸੰਤ ਸਨ, ਉਹਨਾਂ ਨੇ ਕਿਰਪਾ ਕਰਕੇ ਮੈਨੂੰ ਨਾਮ ਜਪਣ ਦੀ ਪ੍ਰੇਰਨਾ ਕੀਤੀ। ਕਿਉਂਕਿ ਅਸੀਂ ਚੇਤ ਦੇ ਮਹੀਨੇ ਵਿੱਚ ਵੇਖਿਆ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਰੱਬ ਦੇ ਸੰਤਾਂ ਨਾਲ ਮਿਲ ਕੇ ਪਰਮੇਸ਼ਵਰ ਦਾ ਨਾਮ ਉਚਾਰਨ ਦੀ ਆਦਤ ਪੈ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ।
ਜਿਵੇਂ ਜਿਵੇਂ ਮਨੁੱਖ ਦਾ ਸੁਭਾਅ ਬਣਦਾ ਤਿਵੇਂ ਤਿਵੇਂ ਮਨ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਹੁਣ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਇਸ ਸੋਹਣੀ ਰੁੱਤ ਵਿੱਚ ਜਿਹੜੇ ਰੱਬ ਦੇ ਪਿਆਰੇ ਸਨ ਉਹਨਾਂ ਦੀ ਕਿਰਪਾ ਦੇ ਨਾਲ ਰੱਬ ਜੀ ਦੇ ਨਾਲ ਮਿਲਾਪ ਹਾਸਲ ਹੋ ਗਿਆ। ਸੋ ਅਗਲੀਆਂ ਪੰਕਤੀਆਂ ਵਿੱਚ ਅਸੀਂ ਵੇਖਦੇ ਹਾਂ ਸਤਿਗੁਰੂ ਜੀ ਕੀ ਫਰਮਾਉਂਦੇ ਨੇ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਜਾਏ ਦਾ ਮਤਲਬ ਹੁੰਦਾ ਹੈ ਜਗ੍ਹਾ। ਸੇਜ ਸੁਹਾਵੀ ਸਰਬ ਸੁਖ, ਹੁਣ ਹਿਰਦੇ ਰੂਪ ਜਿਹੜੀ ਸੇਜ ਹੈ ਨਾ ਇਹ ਸ਼ੋਭਨੀਕ ਹੋ ਗਈ ਹੈ, ਸੋਹਣੀ ਬਣ ਗਈ ਹੈ। ਸੇਜ ਦਾ ਮਤਲਬ ਅਸੀਂ ਜਿੱਥੇ ਜਿਸ ਬਿਸਤਰ ਉੱਤੇ ਸੌਂਦੇ ਹਾਂ ਉਸ ਨੂੰ ਵੀ ਸੇਜ ਹੀ ਆਖੀਦਾ ਹੈ। ਤੇ ਪ੍ਰਮਾਤਮਾ ਕਿਸ ਬਿਸਤਰ ਤੇ ਸੌਂਦੇ ਨੇ? ਕਿਉਂਕਿ ਉਹਨਾਂ ਦਾ ਕੋਈ ਆਕਾਰ ਨਹੀਂ, ਉਹਨਾਂ ਦਾ ਕੋਈ ਸਰੀਰ ਨਹੀਂ, ਉਹਨਾਂ ਨੂੰ ਜਿਹੋ ਜਿਹੇ ਬਿਸਤਰ ਤੇ ਆਪਾਂ ਸੌਂਦੇ ਹਾਂ ਇਹੋ ਜਿਹਾ ਨਹੀਂ ਚਾਹੀਦਾ। ਉਹਨਾਂ ਨੂੰ ਕੀ ਚਾਹੀਦਾ ਹੈ? ਹਿਰਦੇ ਰੂਪ ਸੇਜਾ। ਕਿਸੇ ਦਾ ਮਨ ਇੰਨਾ ਸਾਫ਼ ਹੋ ਜਾਏ, ਕਿਸੇ ਦਾ ਮਨ ਇੰਨਾ ਪਵਿੱਤਰ ਹੋ ਜਾਏ ਕਿ ਰੱਬ ਦੇ ਗ੍ਰਹਿਣ ਕਰਨ ਦੇ ਯੋਗ ਉਹ ਸਥਾਨ ਬਣ ਜਾਏ। ਉਸ ਆਸਨ ਤੇ ਪ੍ਰਮਾਤਮਾ ਜੀ ਫਿਰ ਆ ਕੇ ਬੈਠਦੇ ਨੇ। ਅਸੀਂ ਇਹ ਧਿਆਨ ਰੱਖ ਲਈਏ ਕਿ ਜੇ ਸਾਡੇ ਮਨ ਵਿੱਚ ਕਿਸੇ ਪ੍ਰਕਾਰ ਦੀ ਮੈਲ ਹੈ, ਈਰਖਾ ਹੈ, ਕਿਸੇ ਦੇ ਪ੍ਰਤੀ ਨਫ਼ਰਤ ਹੈ, ਕਿਸੇ ਨੂੰ ਸੁਖੀ ਵੇਖ ਕੇ ਅਸੀਂ ਦੁਖੀ ਹੁੰਦੇ ਹਾਂ, ਕਿਸੇ ਨੂੰ ਵੱਡਾ ਜਾਂ ਉਹਨੂੰ ਚੰਗਾ ਸੰਸਾਰ ਵਿੱਚ ਰੁਤਬਾ ਮਾਣ ਸਨਮਾਨ ਮਿਲਦਾ ਹੈ ਤੇ ਅਸੀਂ ਬੜੇ ਜੈਲਸ ਹੁੰਦੇ ਹਾਂ, ਇਹ ਸਾਰੀ ਮੈਲ ਹੈ। ਜਿੰਨਾ ਚਿਰ ਇਹ ਮੈਲ ਅੰਦਰ, ਉਹਨਾਂ ਚਿਰ ਕਮ ਸੇ ਕਮ ਰੱਬ ਜੀ ਅੰਦਰ ਨਹੀਂ ਆਉਣ ਲੱਗੇ। ਹੋਰ ਭਾਵੇਂ ਜੋ ਮਰਜ਼ੀ ਤੁਸੀਂ ਅੰਦਰ ਪਾ ਲਿਆ ਜੇ, ਰੱਬ ਜੀ ਅੰਦਰ ਨਹੀਂ ਆਉਣਗੇ ਜਿੰਨਾ ਚਿਰ ਇਹ ਵਿਕਾਰਾਂ ਦੀ ਮੈਲ ਅੰਦਰੋਂ ਨਹੀਂ ਨਿਕਲਦੀ ਤੇ ਹਿਰਦਾ ਰੂਪ ਸੇਜ ਜਿਹੜੀ ਏ ਇਹ ਰੱਬ ਜੀ ਦੇ ਬੈਠਣ ਦੇ ਯੋਗ ਨਹੀਂ ਬਣਦੀ। ਸੋ ਆਪਾਂ ਜੇ ਕੇਵਲ ਸੁਣਦੇ ਹਾਂ ਤੇ ਬਹੁਤਾ ਲਾਭ ਨਹੀਂ, ਜੇ ਨਾਲ ਮੰਨਣਾ ਸ਼ੁਰੂ ਕਰ ਦਈਏ ਮੈਂ ਵੀ ਤੇ ਤੁਸੀਂ ਵੀ, ਫਿਰ ਆਪਾਂ ਨੂੰ ਬਹੁਤ ਸਾਰਾ ਲਾਭ ਹਾਸਲ ਹੋਏਗਾ। ਮੰਨਣਾ ਕੀ ਸ਼ੁਰੂ ਕਰਨਾ ਹੈ? ਆਪਣਾ ਮਨ ਨਿਰਮਲ ਕਰਨਾ ਸ਼ੁਰੂ ਕਰੀਏ। ਜੀਉ ਨਿਰਮਲ ਬਾਹਰੋਂ ਨਿਰਮਲ। ਅਸੀਂ ਬਾਹਰੋਂ ਤੇ ਨਿਰਮਲ ਹੁੰਨੇ ਆ ਰੋਜ਼ ਨਹਾ ਧੋ ਕੇ, ਪਰ ਅੰਦਰੋਂ ਨਿਰਮਲ ਹੋਣਾ ਹੈ। ਅੰਦਰੋਂ ਨਿਰਮਲ ਹੋਇਆ ਜਾਂਦਾ ਹੈ ਸੰਤਾਂ ਦੀ ਸੰਗਤ ਵਿੱਚ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਕੇ। ਅੰਦਰੋਂ ਸਾਫ਼ ਹੋਈਦਾ ਬਾਣੀ ਦਾ ਪਾਠ ਕਰਕੇ, ਪੜ੍ਹ ਕੇ, ਸਮਝ ਕੇ, ਸੁਣ ਕੇ ਅੰਦਰ ਸਾਡਾ ਸਾਫ਼ ਹੁੰਦਾ ਹੈ। ਇਸ ਨੂੰ ਹਿਰਦੇ ਦੀ ਸੇਜ ਆਖਦੇ ਨੇ। ਸੇਜ ਸੁਹਾਵੀ, ਇਹ ਹੁਣ ਜਿਹੜੀ ਹਿਰਦੇ ਦੀ ਸੇਜ ਸੀ, ਇਸ ਚੰਗੀ ਰੁੱਤ ਵਿੱਚ ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਇਹ ਸੁਹਾਵੀ ਬਣ ਗਈ, ਸ਼ੋਭਨੀਕ ਬਣ ਗਈ। ਸਰਬ ਸੁਖ, ਹੁਣ ਸਾਰੇ ਹੀ ਸੁਖ ਪ੍ਰਾਪਤ ਹੋ ਗਏ। ਫਲਗੁਣ ਆਨੰਦ ਉਪਾਰਜਨਾ, ਹੁਣ ਸਾਰੇ ਸੁਖ ਅੰਦਰੋਂ ਹੀ ਪੈਦਾ ਹੋ ਗਏ, ਬਾਹਰੋਂ ਕਿਤੋਂ ਨਹੀਂ ਆਏ। ਜਿਨ੍ਹਾਂ ਦਾ ਅੰਦਰਲਾ ਸੁਖੀ ਹੁੰਦਾ ਹੈ, ਬਾਹਰੋਂ ਬੇਸ਼ੱਕ ਹਨੇਰੀਆਂ ਤੂਫਾਨ ਆਉਂਦੇ ਰਹਿਣ, ਉਹ ਅੰਦਰੋਂ ਸੁਖੀ ਰਹਿੰਦੇ ਨੇ। ਉਹ ਤੱਤੀ ਤਵੀ ਤੇ ਬੈਠੇ ਵੀ ਉਹੋ ਜਿਹੇ ਨੇ ਤੇ ਉਹ ਹਰਮੰਦਰ ਦੇ ਵਿੱਚ ਲੋਕਾਂ ਤੋਂ ਸਤਿਕਾਰ ਕਰਾਉਂਦੇ ਵੀ ਉਹੋ ਜਿਹੇ ਨੇ। ਉਹ ਆਰੇ ਹੇਠਾਂ ਖਲੋਤੇ ਵੀ ਉਹੋ ਜਿਹੇ ਨੇ ਤੇ ਉਹ ਆਪਣੀ ਧਰਮ ਦੀ ਕਿਰਤ ਕਰਦੇ ਵੀ ਉਹੋ ਜਿਹੇ ਨੇ। ਸੋ ਉਹਨਾਂ ਦੇ ਅੰਦਰ ਹਮੇਸ਼ਾ ਹੀ ਸੁਖ ਬਣਿਆ ਰਹਿੰਦਾ ਹੈ। ਬਾਹਰੋਂ ਵੇਖਣ ਨੂੰ ਸਰੀਰਕ ਤੌਰ ਤੇ ਬੇਸ਼ੱਕ ਅਸੀਂ ਸਮਝੀਏ ਕਿ ਉਹਨਾਂ ਨੂੰ ਦੁੱਖ ਪਹੁੰਚ ਰਿਹਾ ਹੈ, ਸੋ ਸਾਰੇ ਸੁਖ ਉਹਨਾਂ ਨੂੰ ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ, ਸਰੀਰਕ ਤੌਰ ਤੇ ਪ੍ਰਾਪਤ ਹੋ ਜਾਂਦੇ ਨੇ। ਹੁਣ ਦੁੱਖਾਂ ਨਾ ਹੀ ਜਾਏ, ਹੁਣ ਦੁੱਖਾਂ ਲਈ ਕੋਈ ਜਗ੍ਹਾ ਹੀ ਨਹੀਂ। ਅੰਦਰ ਇੰਨਾ ਸਾਫ਼ ਹੋਇਆ, ਇੰਨਾ ਹਿਰਦੇ ਦੀ ਸੇਜ ਨਿਰਮਲ ਹੋਈ, ਉਹਦੇ ਉੱਤੇ ਪ੍ਰਮਾਤਮਾ ਹਰੀ ਸੱਜਣ ਜੀ ਪ੍ਰਗਟ ਹੋ ਗਏ। ਉਹ ਆਪਣੀ ਸੇਜਾ ਤੇ ਆ ਕੇ ਬੈਠੇ ਤੇ ਉੱਥੋਂ ਦੁੱਖ ਨੱਸ ਗਏ, ਦੁੱਖ ਚਲੇ ਗਏ। ਹੁਣ ਉੱਥੇ ਕੋਈ ਦੁੱਖ ਨਹੀਂ ਰਿਹਾ। ਨਸ ਵੰਝੋ ਕਿਲ ਵਿਖੋ ਕਰਤਾ ਘਰ ਆਇਆ। ਇਹ ਤੇ ਗੁਰੂ ਅਰਜਨ ਸਾਹਿਬ ਜੀ ਨੇ ਲਿਖਿਆ ਹੀ ਹੋਇਆ। ਉਹ ਆਖਦੇ ਨੇ ਐ ਕਿਲ ਵਿਖੋ ਐ ਦੁੱਖੋ ਕਲੇਸ਼ੋ, ਹੁਣ ਚਲੇ ਜਾਓ, ਕਿਉਂਕਿ ਹੁਣ ਕਰਤਾ ਇਸ ਘਰ ਦਾ ਮਾਲਕ ਘਰ ਵਿੱਚ ਆ ਗਿਆ। ਘਰ ਦੇ ਵਿੱਚ ਕੂੜ ਕਬਾੜ ਕਿੰਨਾ ਚਿਰ ਹੁੰਦਾ ਹੈ? ਜਿੰਨਾ ਚਿਰ ਘਰ ਦਾ ਮਾਲਕ ਘਰ ਨਾ ਹੋਵੇ।
ਤੇ ਜਦੋਂ ਘਰ ਦਾ ਮਾਲਕ ਘਰ ਆ ਜਾਏ ਉਹ ਬਿਲਕੁਲ ਸਫਾਈ ਕਰ ਦਿੰਦਾ, ਕੋਈ ਚੀਜ਼ ਨਹੀਂ ਅੰਦਰ ਰਹਿਣ ਦਿੰਦਾ। ਇਸ ਤਰ੍ਹਾਂ ਇਹ ਸਾਰੇ ਦੁੱਖ ਚਲੇ ਜਾਂਦੇ ਨੇ ਜਦੋਂ ਕਰਤਾ ਜੀ ਘਰ ਵਿੱਚ ਆ ਜਾਂਦੇ ਨੇ। ਫਿਰ ਹੁੰਦਾ ਕੀ ਇਹ ਇੱਛ ਪੁੰਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਅਸੀਂ ਬਹੁਤ ਵਾਰੀ ਜਦੋਂ ਬੱਚਿਆਂ ਦੇ ਵਿਆਹ ਹੁੰਦੇ ਨੇ ਤੇ ਉਹ ਸ਼ਬਦ ਸੁਣਦੇ ਆ, ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਉਹ ਸਾਰਾ ਸ਼ਬਦ ਜੇ ਅਸੀਂ ਉਹਨੂੰ ਧਿਆਨ ਨਾਲ ਪੜ੍ਹੀਏ, ਧਿਆਨ ਨਾਲ ਵਿਚਾਰੀਏ, ਤੇ ਉਹ ਸ਼ਬਦ ਦਾ ਸੰਬੰਧ ਜਿਹੜਾ ਹੈ ਉਹ ਜੀਵ ਆਤਮਾ ਤੇ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜਨ ਦੇ ਸੰਬੰਧ ਵਿੱਚ ਉਚਾਰਿਆ ਗਿਆ ਹੈ। ਅਸੀਂ ਉਹਨੂੰ ਕਿਸੇ ਹੋਰ ਜਗ੍ਹਾ ਤੇ ਲਿਆ ਕੇ ਜੋੜਦੇ ਹਾਂ। ਭਾਵੇਂ ਚੰਗਾ ਹੈ, ਵਕਤ ਦੇ ਮੁਤਾਬਕ, ਮਾਹੌਲ ਦੇ ਮੁਤਾਬਕ ਉਹ ਸ਼ਬਦ ਪੜ੍ਹਨੇ ਮਾੜੇ ਨਹੀਂ, ਚੰਗੀ ਗੱਲ ਏ, ਪਰ ਸਾਨੂੰ ਕਮ ਸੇ ਕਮ ਪਤਾ ਹੋਣਾ ਚਾਹੀਦਾ ਕਿ ਇਹ ਸ਼ਬਦ ਕਿਸ ਸੰਬੰਧ ਵਿੱਚ ਗੁਰੂ ਜੀ ਨੇ ਉਚਾਰਿਆ, ਇੰਨੀ ਕੁ ਸਾਨੂੰ ਸਮਝ ਹੋਣੀ ਚਾਹੀਦੀ। ਉੱਥੇ ਸ਼ਬਦ ਲਿਖਿਆ ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਇਹ ਬਚਨ ਉਸ ਸ਼ਬਦ ਵਿੱਚ ਲਿਖੇ ਹੋਏ ਨੇ ਕਿ ਹੇ ਮੇਰੇ ਮਾਲਕ, ਗੁਰੂ ਦੀ ਕਿਰਪਾ ਦਾ ਸਦਕਾ ਗੁਰਮੁਖੇ ਹਰ ਪਾਇਆ, ਗੁਰੂ ਦੀ ਕਿਰਪਾ ਦਾ ਸਦਕਾ ਮੈਂ ਹਰੀ ਜੀ ਨੂੰ ਪ੍ਰਾਪਤ ਕਰ ਲਿਆ ਹੈ। ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਮੈਂ ਕਦੇ ਨਾ ਨਾਸ਼ ਹੋਣ ਵਾਲਾ ਵਰ ਮੈਨੇ ਪਤੀ ਪ੍ਰਾਪਤ ਕਰ ਲਿਆ ਹੈ, ਤੇ ਉਹ ਹੈ ਪਰਮਾਤਮਾ ਅਕਾਲ ਮੂਰਤ, ਜਿਸ ਦੀ ਮੂਰਤ ਉੱਤੇ, ਜਿਸ ਦੇ ਸਵਰੂਪ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ। ਉਹ ਵਰ ਮੈਂ ਪ੍ਰਾਪਤ ਕਰ ਲਿਆ ਜਿਹੜਾ ਨਾ ਕਦੇ ਮਰੇ ਨਾ ਜਾਇਆ, ਨਾ ਕਦੇ ਉਹ ਮਰਦਾ ਹੈ ਤੇ ਨਾ ਕਦੇ ਜਨਮ ਲੈਂਦਾ ਹੈ। ਸੋ ਇੱਥੇ ਸਤਿਗੁਰੂ ਦੱਸ ਰਹੇ ਨੇ ਇੱਛ ਪੁੰਨੀ ਵੱਡ ਭਾਗਣੀ, ਉਸ ਜੀਵ ਰੂਪ ਇਸਤਰੀ ਦੀ ਸਾਰੀ ਇੱਛਾ ਪੂਰੀ ਹੋ ਗਈ ਕਿਉਂਕਿ ਉਸਨੇ ਵਰ ਪਾਇਆ ਹਰ ਰਾਏ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਰ ਦੇ ਰੂਪ ਵਿੱਚ, ਭਾਵ ਪਤੀ ਦੇ ਰੂਪ ਵਿੱਚ ਪਾ ਲਿਆ। ਇੱਥੇ ਆਤਮਾ ਨੂੰ ਜੀਵ ਰੂਪ ਇਸਤਰੀ ਮੰਨ ਕੇ ਤੇ ਪਰਮਾਤਮਾ ਨੂੰ ਪੁਰਸ਼ ਮੰਨ ਕੇ ਗੱਲ ਕੀਤੀ ਜਾ ਰਹੀ ਹੈ। ਸੋ ਸਾਰੀ ਇੱਛਾ ਉਸ ਜੀਵ ਰੂਪ ਇਸਤਰੀ ਦੀ ਪੂਰੀ ਹੋ ਗਈ। ਹੁਣ ਉਹ ਕੀ ਕਰਦੀ ਹੈ ਜੀਵ ਰੂਪ ਇਸਤਰੀ? ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹੁਣ ਆਪਣੀਆਂ ਸਤ ਸੰਗਨਾਂ ਨਾਲ ਮਿਲ ਕੇ, ਜਿਵੇਂ ਅਸੀਂ ਸਾਰੇ ਬੈਠੇ ਹਾਂ, ਆਪਾਂ ਸਾਰੇ ਸਤ ਸੰਗੀ ਹਾਂ, ਗੁਰੂ ਜੀ ਦੀ ਛਤਰ ਛਾਇਆ ਹੇਠ ਬੈਠੇ ਹਾਂ, ਤੇ ਇਸ ਸਾਧ ਸੰਗਤ ਵਿੱਚ ਬਹਿ ਕੇ ਆਪਾਂ ਬਾਣੀ ਦੀ ਵਿਚਾਰ ਕਰਦੇ ਹਾਂ, ਆਪਾਂ ਬਾਣੀ ਦਾ ਕੀਰਤਨ ਕਰਦੇ ਤੇ ਸੁਣਦੇ ਹਾਂ। ਇਹ ਵਾਹਿਗੁਰੂ ਜੀ ਦੇ ਮੰਗਲ ਗਾਉਣਾ ਹੈ, ਵਾਹਿਗੁਰੂ ਜੀ ਦੇ ਖੁਸ਼ੀ ਦੇ ਗੀਤ ਗਾਉਣਾ ਹੈ। ਪਰ ਜਦੋਂ ਕੋਈ ਭਾਗਾਂ ਵਾਲਾ ਮਨੁੱਖ ਰੱਬ ਜੀ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ ਨਾ, ਉਦੋਂ ਉਹਦੇ ਇਹ ਗਿਆਨ ਤੇ ਕਰਮ ਇੰਦਰੇ ਵੀ ਪ੍ਰਭੂ ਦੀ ਵਡਿਆਈ ਕਰਨ ਲੱਗ ਜਾਂਦੇ ਨੇ। ਉਹ ਵੀ ਫਿਰ ਮੰਗਲ ਗਾਉਂਦੇ ਨੇ, ਫਿਰ ਮੂੰਹੋਂ ਧੱਕੇ ਨਾਲ ਹੀ ਵਾਹ ਬਈ ਵਾਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਉਸ ਮਾਲਕ ਦੇ ਨਾਲ ਸਾਡਾ ਹਲਕਾ ਜਿਹਾ ਕਨੈਕਸ਼ਨ ਜੁੜ ਜਾਏ, ਸੁਰਤ ਜੁੜ ਜਾਏ, ਧਿਆਨ ਲੱਗ ਜਾਏ, ਫਿਰ ਮਿਲ ਸਹੀਆਂ ਮੰਗਲ ਗਾਵਹੀ। ਇਹ ਸਾਰੀਆਂ ਸਖੀਆਂ ਭਾਵ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ, ਬੁੱਧ, ਚਿੱਤ, ਅਹੰਕਾਰ, ਇਹ ਸਾਰੀਆਂ ਸਖੀਆਂ ਮਿਲ ਕੇ ਵਾਹਿਗੁਰੂ ਜੀ ਦਾ ਖੁਸ਼ੀ ਦਾ ਮੰਗਲ ਕਰਦੀਆਂ ਨੇ, ਖੁਸ਼ੀ ਦਾ ਗੀਤ ਗਾਉਂਦੀਆਂ ਨੇ। ਗੀਤ ਗੋਵਿੰਦ ਅਲਾਏ, ਉੱਚੀ ਉੱਚੀ ਅਲਾਪ ਕਰਦੀਆਂ ਨੇ ਉਸ ਵਾਹਿਗੁਰੂ ਜੀ ਦੇ ਮੰਗਲ ਦੀਆਂ। ਤੇ ਕੀ ਆਖਦੀਆਂ ਉਸ ਮੰਗਲ ਵਿੱਚ? ਹਰ ਜੇਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਹੁਣ ਉਹ ਜੀਵ ਰੂਪ ਇਸਤਰੀ ਆਪਣੀਆਂ ਇਹਨਾਂ ਕਰਮ ਤੇ ਗਿਆਨ ਇੰਦਰੀਆਂ ਨੂੰ ਮਿਲ ਕੇ, ਇਹਨਾਂ ਸਖੀਆਂ ਨਾਲ ਮਿਲ ਕੇ ਉਸ ਵਾਹਿਗੁਰੂ ਜੀ ਦਾ ਉੱਚੀ ਉੱਚੀ ਮੰਗਲ ਕਰਦੀਆਂ ਨੇ। ਤੇ ਜੀਵ ਰੂਪ ਇਸਤਰੀ ਆਖਦੀ ਏ ਹਰ ਜੇਹਾ ਅਵਰ ਨਾ ਦਿਸਈ। ਪਹਿਲਾਂ ਬਹੁਤ ਕੁਝ ਵੇਖਿਆ ਸੀ, ਸੰਸਾਰ ਦੇ ਸੁੱਖ ਵੀ ਵੇਖੇ ਸਨ, ਐਸ਼ੋ ਇਸ਼ਰਤ ਵੀ ਵੇਖਿਆ ਸੀ, ਦੁੱਖ ਵੀ ਵੇਖੇ ਸਨ, ਅਮੀਰੀ ਵੀ ਵੇਖੀ ਸੀ ਤੇ ਗਰੀਬੀ ਵੀ ਵੇਖੀ ਸੀ, ਮਾਣ ਵੀ ਵੇਖਿਆ ਸੀ ਤੇ ਅਪਮਾਨ ਵੀ ਵੇਖਿਆ ਸੀ, ਬਹੁਤ ਕੁਝ ਵੇਖਿਆ ਸੀ। ਪਰ ਹੁਣ
ਜਦੋਂ ਹਰੀ ਸੱਜਣ ਅੰਦਰੋਂ ਪ੍ਰਗਟ ਹੋ ਗਏ ਨੇ ਤੇ ਉਹ ਸਾਰੀਆਂ ਚੀਜ਼ਾਂ ਬਹੁਤ ਨੀਵੀਆਂ ਤੇ ਛੋਟੀਆਂ ਤੁੱਛ ਲੱਗਣ ਲੱਗ ਪਈਆਂ ਨੇ। ਵੀ ਨਾ ਤੇ ਉਹ ਜਿਹੜਾ ਪਹਿਲਾਂ ਮਾਣ ਮਿਲਦਾ ਸੀ ਤੇ ਬੜੇ ਫੁੱਲ ਜਾਂਦੇ ਸਾਂ, ਉਹ ਵੀ ਬੜੀ ਛੋਟੀ ਜੀ ਗੱਲ ਸੀ। ਕਿਤੇ ਅਪਮਾਨ ਹੁੰਦਾ ਸੀ ਤੇ ਅਸੀਂ ਸ਼ਰਮ ਦੇ ਮਾਰੇ ਲੋਕਾਂ ਨੂੰ ਮੂੰਹ ਨਹੀਂ ਸਾਂ ਵਿਖਾਉਂਦੇ, ਉਹ ਵੀ ਬੜੀ ਛੋਟੀ ਜਿਹੀ ਗੱਲ ਸੀ, ਵੱਡੀ ਉਹ ਵੀ ਨਹੀਂ ਸੀ। ਪਰ ਹੁਣ ਇਹ ਗੱਲ ਸਮਝ ਆ ਗਈ ਏ ਕਿ ਜਿਸ ਮਾਲਕ ਦੇ ਨਾਲ ਹੁਣ ਮੇਰਾ ਸੰਬੰਧ ਜੁੜਿਆ ਹੈ, ਉਹਦੇ ਸਾਹਮਣੇ ਜਿਵੇਂ ਸੂਰਜ ਦੇ ਸਾਹਮਣੇ ਆਹ ਲਾਈਟਾਂ, ਦੀਵੇ, ਟਟਹਿਣੇ, ਇਹਨਾਂ ਦੀ ਕੀ ਪਾਇਆ ਹੈ? ਕੁਝ ਵੀ ਨਹੀਂ। ਹਨੇਰਾ ਹੋਵੇ ਤੇ ਇਹਨਾਂ ਦੀ ਵੀ ਵੈਲਿਊ ਬਣਦੀ ਏ, ਪਰ ਸੂਰਜ ਚੜ੍ਹ ਪਵੇ ਤੇ ਇਉਂ ਲੱਗਦਾ ਵੀ ਇਹ ਕਿਸ ਕੰਮ ਨੇ, ਇਹ ਕਿਵੇਂ ਛੋਟੀਆਂ-ਛੋਟੀਆਂ ਲਾਈਟਾਂ ਨੇ ਉਹਦੇ ਮੁਕਾਬਲੇ ਤੇ। ਸੋ ਜਦੋਂ ਅੰਦਰ ਪ੍ਰਭੂ ਜੀ ਪ੍ਰਗਟ ਹੋ ਜਾਣ ਤੇ ਜਿਹੜੇ ਆ ਛੋਟੇ-ਛੋਟੇ ਦੁੱਖ ਸੁੱਖ, ਮਾਨ ਅਪਮਾਨ, ਅਮੀਰੀ ਗਰੀਬੀ, ਇਹ ਸਾਰੀਆਂ ਚੀਜ਼ਾਂ ਉਹ ਲੱਗਣ ਲੱਗ ਪੈਂਦੀਆਂ ਕਿ ਇਹ ਤੇ ਤੁੱਛ ਮਾਤਰ ਨੇ, ਭਾਵ ਨਾ ਮਾਤਰ ਨੇ, ਕੁਝ ਵੀ ਨਹੀਂ ਉਹਦੇ ਮੁਕਾਬਲੇ 'ਚ। ਹੁਣ ਹੀਰਾ ਲੱਭ ਪਿਆ ਹੈ, ਹੁਣ ਕੌਡੀਆਂ ਕੀ ਕਰਨੀਆਂ ਨੇ। ਸੋ ਉਸ ਹੀਰੇ ਵੱਲ ਆਪਾਂ ਆਪਣਾ ਧਿਆਨ ਲਿਜਾਈਏ ਤੇ ਧਿਆਨ ਜਾਏਗਾ ਸਤ ਸੰਗਤ ਵਿੱਚ ਬੈਠ ਕੇ, ਸਾਧੂਆਂ ਦੀ ਸੰਗਤ ਕਰਕੇ। ਇਹ ਸਾਧੂਆਂ ਦੀ ਸੰਗਤ ਆਪਾਂ ਕਰ ਰਹੇ ਹਾਂ ਹੁਣ ਨਾ। ਸਾਧੂ ਨੇ, ਮਹਾਂਪੁਰਸ਼ ਆਪਣੇ ਕੋਲ ਵਿਚਾਰ ਧਾਰਕ ਰੂਪ ਵਿੱਚ ਬੈਠੇ ਹੋਏ ਨੇ। ਸੋ ਉਹਨਾਂ ਦੀ ਆਪਾਂ ਸੰਗਤ ਵਿੱਚ ਬੈਠੇ ਹਾਂ ਤੇ ਜਦੋਂ ਆਪਾਂ ਪ੍ਰਭੂ ਦੀ ਭਗਤੀ ਆਰੰਭ ਕਰਾਂਗੇ, ਫਿਰ ਵਾਹਿਗੁਰੂ ਜੀ ਹਿਰਦੇ ਰੂਪ ਸੇਜ ਤੇ ਪ੍ਰਗਟ ਹੋਣਗੇ। ਫਿਰ ਅਸੀਂ ਵੀ ਕਹਿ ਪਾਵਾਂਗੇ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਆਖਦੇ ਨੇ, ਹਰ ਜੇਹਾ ਅਵਰ ਨਾ ਦਿਸਈ। ਹੁਣ ਵਾਹਿਗੁਰੂ ਜੀ ਦੇ ਵਰਗਾ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ, ਕੋਈ ਦੂਜਾ ਲਵੈ ਨਾ ਲਾਏ। ਹੁਣ ਉਹ ਜੀਵ ਰੂਪ ਜਗਿਆਸੂ ਇਸਤਰੀ ਕਿਸੇ ਦੂਜੇ ਨੂੰ ਆਪਣੇ ਨੇੜੇ ਫਟਕਣ ਤੱਕ ਨਹੀਂ ਦਿੰਦੀ। ਭਾਵ ਇਹ ਮਾਇਆ ਦਾ ਪ੍ਰਭਾਵ, ਇਹ ਵਿਕਾਰਾਂ ਦਾ ਪ੍ਰਭਾਵ, ਇਹ ਕਾਮ ਕ੍ਰੋਧ ਦਾ ਪ੍ਰਭਾਵ ਹੁਣ ਮਨ ਉੱਤੇ ਜ਼ੋਰ ਨਹੀਂ ਪਾਉਂਦਾ। ਸੋ ਅਗਲੇ ਬਚਨ ਜਿਹੜੇ ਨੇ ਗੁਰੂ ਸਾਹਿਬ ਦੇ, ਉਹ ਆਖਦੇ ਨੇ ਕਿ ਜਦੋਂ ਇਹ ਵਾਹਿਗੁਰੂ ਜੀ ਅੰਦਰ ਪ੍ਰਗਟ ਹੋ ਗਏ ਤੇ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਹੁਣ ਵਾਹਿਗੁਰੂ ਜੀ ਵਰਗਾ ਹੋਰ ਕੋਈ ਹੈ ਹੀ ਨਹੀਂ, ਕੋਈ ਦੂਜਾ ਲਵੈ ਨਾ ਲਾਏ। ਉਸ ਵਾਹਿਗੁਰੂ ਜੀ ਨੇ ਹਲਤ ਪਲਤ ਸਵਾਰਿਓਨ, ਉਸ ਮਾਲਕ ਨੇ ਅੰਦਰ ਆ ਕੇ ਪ੍ਰਗਟ ਹੋ ਕੇ ਉਸ ਜੀਵ ਰੂਪ ਇਸਤਰੀ ਦਾ ਹਲਤ ਅਤੇ ਪਲਤ ਦੋਵੇਂ ਹੀ ਸਵਾਰ ਦਿੱਤੇ। ਹਲਤ ਇਹ ਸੰਸਾਰ, ਇਹ ਸਾਡਾ ਜੀਵਨ, ਪਲਤ ਸਾਡਾ ਇਸ ਜੀਵਨ ਤੋਂ ਬਾਅਦ ਦਾ ਜੀਵਨ, ਜਿਸ ਨੂੰ ਅਸੀਂ ਆਤਮਿਕ ਜੀਵਨ ਆਖਦੇ ਹਾਂ। ਸਾਨੂੰ ਅਗਲੇ ਜਨਮ ਦਾ ਨਹੀਂ ਪਤਾ, ਪਰ ਆਤਮਿਕ ਜੀਵਨ ਸਾਡਾ ਰਹੇਗਾ। ਆਤਮਿਕ ਜੀਵਨ ਤੋਂ ਭਾਵ ਸਾਡੀ ਆਤਮਾ ਰਹੇਗੀ ਤੇ ਆਤਮਾ ਰਹੇਗੀ ਤੇ ਕਿਸੇ ਨਾ ਕਿਸੇ ਸਰੀਰ ਰੂਪ ਚੋਲੇ ਦੇ ਵਿੱਚ ਹੀ ਰਹੇਗੀ। ਇਹ ਪੱਕੀ ਗੱਲ ਹੈ। ਕਈ ਲੋਕ ਮੰਨ ਰਹੇ ਨੇ ਕਿ ਪੁਨਰ ਜਨਮ ਨਹੀਂ ਹੁੰਦਾ, ਮੰਨੀ ਜਾਣ ਦਿਓ, ਪਰ ਉਹ ਇਹ ਗੱਲ ਮੰਨਦੇ ਨੇ ਕਿ ਆਤਮਾ ਸਦਾ ਰਹਿੰਦੀ ਹੈ। ਆਤਮਾ ਰਹਿੰਦੀ ਹੈ ਤੇ ਰਹਿੰਦੀ ਕਿੱਥੇ ਆ? ਉਹਨੂੰ ਰਹਿਣ ਲਈ ਕੋਈ ਜਗ੍ਹਾ ਚਾਹੀਦੀ ਹੈ। ਸੋ ਉਹ ਰਹਿੰਦੀ ਹੈ ਸਰੀਰ ਵਿੱਚ, ਕਿਸੇ ਵੀ ਸਰੀਰ ਵਿੱਚ। ਜ਼ਰੂਰੀ ਨਹੀਂ ਉਹ ਬੰਦੇ ਦੇ ਸਰੀਰ ਵਿੱਚ ਰਹਿੰਦੀ ਹੈ। ਕਿਸੇ ਵੀ ਸਰੀਰ ਵਿੱਚ ਆਤਮਾ ਦਾ ਨਿਵਾਸ ਹੁੰਦਾ ਹੈ, ਉਸੇ ਨੂੰ ਹੀ ਪੁਨਰ ਜਨਮ ਆਖੀਦਾ। ਹੋਰ ਕੋਈ ਵੱਡੀ ਗੱਲ ਨਹੀਂ ਇਹੋ ਜਿਹੀ। ਸਿਰਫ ਤੇ ਸਿਰਫ ਜਿੰਨਾ ਚਿਰ ਜੀਵ ਰੂਪ ਆਤਮਾ ਪ੍ਰਭੂ ਵਿੱਚ ਅਭੇਦ ਨਹੀਂ ਹੁੰਦੀ, ਉਹਨਾਂ ਚਿਰ ਇਸ ਨੂੰ ਰਹਿਣ ਲਈ ਕੋਈ ਨਾ ਕੋਈ ਘਰ ਚਾਹੀਦਾ ਹੈ, ਸਰੀਰ ਚਾਹੀਦਾ ਹੈ, ਤੇ ਇਹ ਰਵੇਗੀ। ਜਦੋਂ ਉਹਦੇ ਵਿੱਚ ਅਭੇਦ ਹੋਏਗੀ ਤਾਂ ਫਿਰ ਇਹ ਨਿੱਜ ਘਰ ਵਿੱਚ ਚਲੀ ਜਾਏਗੀ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਫਿਰ ਨਹੀਂ ਫੇਰਾ ਹੋਏਗਾ, ਫਿਰ ਇਹ ਆਪਣੇ ਨਿੱਜ ਘਰ ਵਿੱਚ ਚਲੀ ਜਾਏਗੀ। ਗੁਰੂ ਸਾਹਿਬ ਆਖਦੇ ਨੇ, ਉਸ ਪਰਮੇਸ਼ਵਰ ਨੇ ਹਿਰਦੇ ਰੂਪ ਸੇਜਾ ਤੇ ਪ੍ਰਗਟ ਹੋ ਕੇ ਉਸ ਜੀਵ ਰੂਪ ਇਸਤਰੀ ਦਾ ਹਾਲਤ ਅਤੇ ਪਲਤ ਦੋਵੇਂ ਹੀ ਸਵਾਰ ਦਿੱਤੇ। ਇਹ ਜੀਵਨ ਵੀ ਸੰਵਰ ਗਿਆ ਤੇ ਉਹਦਾ ਆਤਮਿਕ ਜੀਵਨ ਵੀ ਸੰਵਰ ਗਿਆ। ਭਾਵ ਉਹ ਨਦੀ ਸਮੁੰਦਰ ਵਿੱਚ ਸਮਾ ਗਈ, ਸਮੁੰਦਰ ਵਿੱਚ ਡਿੱਗ ਕੇ ਸਮੁੰਦਰ ਦਾ ਰੂਪ ਬਣ ਗਈ। ਨੇਹ ਚਲ ਦਿੱਤੀਆਂ ਜਾਏ, ਉਸ ਜੀਵ ਰੂਪ ਇਸਤਰੀ ਨੂੰ ਸਦਾ ਟਿਕੇ ਰਹਿਣ ਵਾਲੀ ਜਗ੍ਹਾ ਮਿਲ ਗਈ। ਇਹ ਜਿਹੜਾ ਸੰਸਾਰ ਜਿਹਦੇ ਵਿੱਚ ਆਪਾਂ ਹੁਣ ਹਾਂ, ਇਹ ਸਦਾ ਟਿਕਿਆ ਰਹਿਣ ਵਾਲਾ ਨਹੀਂ। ਇਹਦੇ ਵਿੱਚ ਹਿਲ ਜੁਲ ਹੁੰਦੀ ਰਹਿੰਦੀ ਏ, ਜੀਵ ਪੈਦਾ ਹੁੰਦੇ ਰਹਿੰਦੇ ਨੇ
ਜੀਵ ਮਰਦੇ ਰਹਿੰਦੇ ਨੇ, ਭਾਵ ਸਰੀਰ ਧਾਰਨ ਕਰਦੇ ਰਹਿੰਦੇ ਨੇ ਤੇ ਸਰੀਰ ਛੱਡਦੇ ਰਹਿੰਦੇ ਨੇ। ਇਹ ਨਿਹਚਲ ਜਗ੍ਹਾ ਨਹੀਂ ਹੈ। ਨਿਹਚਲ ਹੁੰਦੀ ਹੈ ਅਚਲ, ਜਿਹੜੀ ਚਲਾਏਮਾਨ ਨਹੀਂ, ਜਿਹੜੀ ਟਿਕਾ ਵਾਲੀ ਹੈ। ਉਸ ਪਰਮਾਤਮਾ ਨੇ ਇਸ ਜੀਵ ਰੂਪ ਇਸਤਰੀ ਤੇ ਕਿਰਪਾ ਕਰਕੇ ਹੁਣ ਉਹ ਟਿਕਾਣਾ ਬਖਸ਼ ਦਿੱਤਾ ਜਿਹੜਾ ਸਦਾ ਲਈ ਟਿਕਾ ਵਾਲਾ ਏ। ਉੱਥੇ ਹੁਣ ਦੌੜ ਭੱਜ ਨਹੀਂ ਹੁੰਦੀ। ਸੰਸਾਰ ਸਾਗਰ ਤੇ ਰੱਖੇ ਅਨ ਬਹੁੜ ਨ ਜਨਮੈ ਧਾਏ। ਇੱਥੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਕਿ ਗੁਰੂ ਪਰਮੇਸ਼ਵਰ ਨੇ ਅੰਦਰ ਪ੍ਰਗਟ ਹੋ ਕੇ ਉਸ ਜੀਵ ਰੂਪ ਇਸਤਰੀ ਨੂੰ ਸੰਸਾਰ ਸਾਗਰ ਦੇ ਜਨਮ ਮਰਨ ਦੇ ਗੇੜ ਤੋਂ ਬਚਾ ਲਿਆ। ਬਹੁੜ ਨਾ ਜਨਮੈ ਧਾਏ। ਧਾਏ ਦਾ ਮਤਲਬ ਹੁੰਦਾ ਹੈ ਦੌੜ ਭੱਜ। ਸਾਡੇ ਇਸ ਅਧਿਆਤਮਿਕ ਤੌਰ ਤੇ ਵੀ ਸਾਨੂੰ ਦੌੜ ਭੱਜ ਬਣੀ ਹੋਈ ਹੈ, ਸਰੀਰਕ ਤੌਰ ਤੇ ਵੀ ਸਾਨੂੰ ਦੌੜ ਭੱਜ ਬਣੀ ਹੋਈ ਹੈ। ਜਿੰਨਾ ਚਿਰ ਅਸੀਂ ਸਰੀਰ ਵਿੱਚ ਜਿੰਦਾ ਹਾਂ, ਰਹਿੰਦੇ ਹਾਂ, ਉਹਨਾਂ ਚਿਰ ਅਸੀਂ ਸੰਸਾਰਕ ਤੌਰ ਤੇ ਦੌੜ ਭੱਜ ਕਰਦੇ ਹਾਂ। ਜਦੋਂ ਸਰੀਰ ਛੁੱਟ ਜਾਂਦਾ ਹੈ ਉਦੋਂ ਇਹ ਜੀਵ ਆਤਮਾ ਅਗਲੇ ਸਰੀਰ ਦੀ ਪ੍ਰਾਪਤੀ ਲਈ ਦੌੜ ਭੱਜ ਕਰੀ ਜਾਂਦੀ ਹੈ। ਸੋ ਦੌੜ ਭੱਜ ਉਹਨਾਂ ਚਿਰ ਖਤਮ ਨਹੀਂ ਹੁੰਦੀ ਜਿੰਨਾ ਚਿਰ ਨਿਹਚਲ ਟਿਕਾਣਾ ਨਹੀਂ ਮਿਲ ਜਾਂਦਾ। ਇਹ ਨਿਹਚਲ ਟਿਕਾਣਾ ਦੇਣਾ ਕਿੰਨੇ ਆ? ਉਸ ਮਾਲਕ ਨੇ ਜਿਸ ਨੇ ਸੰਸਾਰ ਪੈਦਾ ਕੀਤਾ, ਜਿਸ ਮਾਲਕ ਨੇ ਅਸੀਂ ਜੀਵ ਇਸ ਸੰਸਾਰ ਵਿੱਚ ਪੈਦਾ ਕੀਤੇ, ਉਸੇ ਨੇ ਹੀ ਸਾਨੂੰ ਨਿਹਚਲ ਟਿਕਾਣਾ ਦੇਣਾ ਹੈ। ਤੇ ਟਿਕਾਣਾ ਉਹਨੇ ਦੇਣਾ ਹੈ ਸੰਤਾਂ ਦੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ ਵਿੱਚ, ਪ੍ਰਭੂ ਦੇ ਨਾਮ ਦਾ ਸਿਮਰਨ ਕਰਿਆ, ਪ੍ਰਭੂ ਦੀ ਭਗਤੀ ਕਰਿਆ। ਜਿਸ ਵੀ ਜੀਵ ਰੂਪ ਇਸਤਰੀ ਨੂੰ ਇਹ ਟਿਕਾਣਾ ਮਿਲੇਗਾ, ਬਹੁੜ ਨਾ ਜਨਮੈ ਧਾਏ, ਉਹ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਵੇਗੀ। ਅੱਗੇ ਸਤਿਗੁਰੂ ਜੀ ਲਿਖਦੇ ਨੇ, ਜਿਵੇਂ ਅਰਦਾਸ ਦੇ ਰੂਪ ਵਿੱਚ, ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਕੋਲ ਇੱਕ ਜਿਹਵਾ ਏ, ਤੇਰੇ ਗੁਣ ਬੇਅੰਤ ਨੇ। ਇੱਕ ਜੀਭਾ ਦੇ ਨਾਲ ਜਿਹੜੇ ਲੋਕ ਤੇਰੇ ਬੇਅੰਤ ਗੁਣਾਂ ਦਾ ਵਰਣਨ ਕਰਦੇ ਨੇ, ਉਹ ਤੇਰੀ ਸ਼ਰਨ ਵਿੱਚ ਪੈ ਕੇ ਤਰ ਜਾਂਦੇ ਨੇ। ਤਰੇ ਨਾਨਕ ਚਰਨੀ ਪਾਏ। ਇਹਦਾ ਥੋੜ੍ਹਾ ਜਿਹਾ ਵਿਸ਼ਰਾਮ ਦਾ ਧਿਆਨ ਰੱਖਣਾ ਚਾਹੀਦਾ ਹੈ। ਤਰੇ ਤੇ ਵਿਸ਼ਰਾਮ ਦੇ ਕੇ, ਨਾਨਕ ਤੇ ਫਿਰ ਵਿਸ਼ਰਾਮ ਦੇ ਕੇ ਫਿਰ ਅੱਗੇ ਪੜ੍ਹਨਾ, ਚਰਨੀ ਪਾਏ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾ ਰਹੇ ਨੇ, ਹੇ ਪਰਮੇਸ਼ਵਰ, ਤੇਰੇ ਅਨੇਕਾਂ ਗੁਣ ਨੇ। ਮਨੁੱਖ ਦੇ ਕੋਲ, ਜੀਵ ਦੇ ਕੋਲ ਇੱਕ ਜੀਭਾ ਏ। ਜਿਹੜੇ ਲੋਕ ਤੇਰੇ ਗੁਣ ਗਾਉਂਦੇ ਗਾਉਂਦੇ ਤੇਰੀ ਚਰਨੀ ਪੈ ਜਾਂਦੇ ਨੇ, ਤੇਰੀ ਸ਼ਰਨ ਵਿੱਚ ਆ ਜਾਂਦੇ ਨੇ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ, ਉਹਨਾਂ ਦਾ ਭਲਾ ਹੋ ਜਾਂਦਾ ਹੈ। ਤੇ ਅਖੀਰ ਵਿੱਚ ਸਤਿਗੁਰੂ ਜੀ ਨੇ ਆਖਿਆ, ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਇਸ ਚੰਗੀ ਰੁੱਤ ਵਿੱਚ, ਭਾਵ ਬਸੰਤ ਰੁੱਤ ਵਿੱਚ, ਵੈਸੇ ਸਤਿਗੁਰੂ ਜੀ ਨੇ ਸਾਨੂੰ ਸਾਰੇ ਸਾਲ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਹੀ ਦੱਸਿਆ ਹੈ ਕਿ ਭਾਵੇਂ ਠੰਡ ਪੈਂਦੀ ਹੋਵੇ, ਬਰਫ਼ ਪੈਂਦੀ ਹੋਵੇ, ਸੀਤ ਹੋਵੇ, ਭਾਵੇਂ ਗਰਮੀ ਹੋਵੇ, ਹਰ ਰੁੱਤ ਵਿੱਚ ਰੱਬ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਫਲਗੁਣ ਨਿਤ ਸਲਾਹੀ ਹੈ। ਕੇਵਲ ਐਤਵਾਰ ਨੂੰ ਨਹੀਂ, ਕੇਵਲ ਸ਼ੁੱਕਰਵਾਰ ਨੂੰ ਨਹੀਂ, ਸਗੋਂ ਨਿਤਾ ਪ੍ਰਤੀ ਹਰ ਰੋਜ਼, ਹਰ ਵਕਤ ਉਸ ਮਾਲਕ ਨੂੰ ਸਲਾਹੁਣਾ ਚਾਹੀਦਾ ਹੈ। ਕਿਸ ਮਾਲਕ ਨੂੰ? ਜਿਸ ਮਾਲਕ ਨੂੰ ਤਿਲ ਨਾ ਤਮਾਏ। ਤਮਾਏ ਦਾ ਅਰਥ ਹੈ ਤਮਾ। ਤਮਾ ਹੁੰਦਾ ਹੈ ਲਾਲਚ, ਗਰੀਡ। ਜਿਸ ਵਾਹਿਗੁਰੂ ਜੀ ਨੂੰ ਜਰਾ ਜਿੰਨਾ ਵੀ ਤਮਾ ਨਹੀਂ ਕਿ ਕੋਈ ਉਹਦੀ ਵਡਿਆਈ ਕਰੇ। ਸਾਨੂੰ ਤਮਾ ਹੈ, ਸਾਨੂੰ ਬਹੁਤ ਲਾਲਚ ਹੈ ਕਿ ਕੋਈ ਸਾਡੀ ਵਡਿਆਈ ਕਰੇ। ਸਟੇਜ ਤੋਂ ਖਲੋ ਕੇ ਕੋਈ ਸਾਡਾ ਨਾਂ ਪੁਕਾਰ ਪੁਕਾਰ ਕੇ ਆਖੇ ਕਿ ਫਲਾਣਾ ਸਿੰਘ ਜੀ ਨੇ ਮਹਾਰਾਜ, ਔਰ ਅਸੀਂ ਆਪਣੇ ਨਾਵਾਂ ਦੇ ਅੱਗੇ ਤੇ ਪਿੱਛੇ ਉਹ ਵਿਸ਼ੇਸ਼ਣ ਲਗਾ ਲਗਾ ਕੇ ਅਰਦਾਸ ਕਰਨ ਲਈ ਆਖਦੇ ਹਾਂ। ਭਲਿਓ ਗੁਰੂ ਦੇ ਅੱਗੇ ਕਰਨੀ ਅਰਦਾਸ ਹੈ, ਮੰਗਣ ਮੰਗ ਲੱਗੇ ਹਾਂ ਤੇ ਉਹਦੇ ਅੱਗੇ ਵਿਸ਼ੇਸ਼ਣ ਲਾ ਲਾ ਕੇ ਸਰਦਾਰ ਬਣ ਬਣ ਕੇ ਪਏ ਖਲੋਨੇ ਆ। ਉਹਨੇ ਸਰਦਾਰੀਆਂ ਬਖਸ਼ੀਆਂ ਨੇ, ਉਹਦੇ ਅੱਗੇ ਅਸੀਂ ਸਰਦਾਰ ਨਹੀਂ ਹਾਂ।
ਉਹਦੇ ਅੱਗੇ ਅਸੀਂ ਉਹਦੇ ਦਰ ਦੇ ਮੰਗਤੇ ਹਾਂ, ਉਹਦੇ ਦਰ ਦੇ ਗਰੀਬ ਨਿਮਾਣੇ ਹਾਂ। ਗੁਰੂ ਸਾਹਿਬ ਨੇ ਕਿੰਨਾ ਸੋਹਣਾ ਲਿਖਿਆ ਹੈ, ਹੋਏ ਨਿਮਾਣੀ ਢਹਿ ਪਵਾਂ। ਇਸ ਦਰ ਤੇ ਆ ਕੇ ਨਿਮਾਣੀ ਹੋ ਕੇ ਢਹਿ ਜਾਵਾਂ ਤੇ ਮੇਰਾ ਮਾਲਕ ਮੇਰੀ ਅਰਦਾਸ ਜ਼ਰੂਰ ਸੁਣੇਗਾ। ਪਰ ਜੇ ਇੱਥੇ ਆ ਕੇ ਵੀ ਅਸੀਂ ਆਪਣੀ ਹਉਮੈ ਦੀ ਚੋਟੀ ਜਿਹੜੀ ਉੱਤੇ ਖੜੀ ਰੱਖੀ, ਉਹ ਨਹੀਂ ਸੁਣਨ ਵਾਲਾ, ਉਹਨੂੰ ਕਿਸੇ ਦੀ ਪਰਵਾਹ ਨਹੀਂ, ਉਹ ਤੇ ਬੇਪਰਵਾਹ ਹੈ। ਸਾਡੀ ਕੀ ਪਰਵਾਹ ਹੈ ਉਹਨੂੰ? ਸਾਨੂੰ ਉਹਦੀ ਪਰਵਾਹ ਕਰਨੀ ਚਾਹੀਦੀ ਏ। ਨਿਮਾਣੇ ਹੋ ਕੇ, ਨਿਤਾਣੇ ਹੋ ਕੇ, ਗਰੀਬ ਬਣ ਕੇ, ਨਿਆਸਰੇ ਬਣ ਕੇ ਇਸ ਜਗ੍ਹਾ ਤੇ ਆ ਕੇ ਸਿਰ ਝੁਕਾ ਕੇ ਮਾਲਕ ਦੇ ਅੱਗੇ ਸਿਜਦਾ ਕਰੀਏ, ਅਰਦਾਸ ਕਰੀਏ। ਉਹ 1 ਸੈਕਿੰਡ ਤੋਂ ਪਹਿਲਾਂ ਸੁਣ ਲਏਗਾ। ਮੈਂ ਇੱਕ ਛੋਟਾ ਜਿਹਾ ਬਚਨ ਤੁਹਾਡੇ ਨਾਲ ਸਾਂਝਾ ਕਰਕੇ ਸਮਾਪਤੀ ਕਰ ਦੇਣਾ ਕਿ ਕਿਸੇ ਨੇ ਪੁੱਛਿਆ ਭਾਈ ਲਹਿਣਾ ਜੀ ਨੂੰ, ਭਾਈ ਲਹਿਣਾ ਜੀ, ਜਦੋਂ ਗੁਰੂ ਨਾਨਕ ਦੇਵ ਜੀ ਨੇ ਤੁਹਾਡੇ ਅੱਗੇ ਸਿਰ ਝੁਕਾਇਆ, ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦਿੱਤੀ ਨਾ, ਤੇ ਗੁਰਿਆਈ ਦੀ ਜ਼ਿੰਮੇਵਾਰੀ 'ਚ ਉਹਨਾਂ ਨੇ ਪੋਥੀ ਦਿੱਤੀ ਸੀ ਤੇ ਉਸ ਪੋਥੀ ਦੇ ਅੱਗੇ ਉਹਨਾਂ ਨੇ ਸਿਰ ਝੁਕਾਇਆ ਸੀ। ਵੇਖਣ ਵਾਲਿਆਂ ਨੂੰ ਐਉਂ ਲੱਗਾ ਕਿ ਗੁਰੂ ਨਾਨਕ ਭਾਈ ਲਹਿਣਾ ਜੀ ਦੇ ਅੱਗੇ ਝੁਕ ਗਏ ਨੇ, ਤੇ ਇਹਦੇ ਵਿੱਚ ਕੋਈ ਅਤ ਕਥਨੀ ਵੀ ਨਹੀਂ। ਝੁਕ ਗਏ ਕਿਉਂਕਿ ਉਹਨਾਂ ਨੇ ਆਪਣਾ ਆਪਾ ਉਹਦੇ ਵਿੱਚ ਟਿਕਾ ਦਿੱਤਾ। ਤੇ ਅਸੀਂ ਇਸ ਤਰ੍ਹਾਂ ਆਖ ਸਕਦੇ ਕਿ ਉਹ ਆਪਣੇ ਆਪੇ ਅੱਗੇ ਆਪ ਹੀ ਝੁਕੇ, ਕਿਉਂਕਿ ਸਿੱਖੀ ਦੇ ਅੰਦਰ ਆਪੇ ਗੁਰਚੇਲਾ ਦਾ ਸਿਧਾਂਤ ਹੈ। ਗੁਰੂ ਵੀ ਆਪੇ, ਚੇਲਾ ਵੀ ਆਪੇ। ਚੇਲੇ ਅੱਗੇ ਗੁਰੂ ਝੁਕ ਜਾਏ, ਗੁਰੂ ਅੱਗੇ ਚੇਲਾ ਝੁਕ ਜਾਏ, ਇਹ ਸਮ ਆਰਥਿਕ ਚੀਜ਼ਾਂ ਨੇ। ਤੇ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਲੱਗਾ ਜਦੋਂ ਗੁਰੂ ਨਾਨਕ ਤੁਹਾਡੇ ਅੱਗੇ ਝੁਕ ਗਏ? ਤੇ ਭਾਈ ਲਹਿਣਾ ਜੀ ਦਾ ਪਤਾ ਜਵਾਬ ਕੀ ਸੀ? ਉਹ ਆਖਦੇ ਨੇ, ਉਸ ਬੱਚੇ ਨੂੰ ਕਿਵੇਂ ਲੱਗਦਾ ਹੈ ਜਿਹੜਾ ਬੱਚਾ ਮਿੱਟੀ ਵਿੱਚ ਡਿੱਗ ਪਿਆ ਹੋਵੇ, ਜ਼ਮੀਨ ਤੇ ਢਹਿ ਪਿਆ ਹੋਵੇ, ਉਹਦਾ ਪਿਓ ਆਵੇ, ਉਹ ਚੁੱਕ ਕੇ ਨੀਵਾਂ ਹੋ ਕੇ ਉਹਨੂੰ ਚੁੱਕ ਕੇ ਗਲੇ ਨਾਲ ਲਾ ਲਵੇ, ਉਹਨੂੰ ਕਿਵੇਂ ਲੱਗਦਾ ਹੈ? ਸਮਝ ਆ ਗਈ? ਕਿੰਨਾ ਸਪਸ਼ਟ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਬਚਨ ਕਿ ਮੇਰੇ ਅੱਗੇ ਗੁਰੂ ਨਾਨਕ ਝੁਕੇ ਨਹੀਂ, ਸਗੋਂ ਮੈਂ ਤੇ ਉਹਨਾਂ ਦਾ ਬੱਚਾ ਸਾਂ ਤੇ ਮੈਂ ਜ਼ਮੀਨ ਤੇ ਡਿੱਗਾ ਪਿਆ ਸਾਂ, ਵਿਕਾਰਾਂ ਵਿੱਚ ਲਿਬੜਿਆ ਪਿਆ ਸਾਂ। ਮੇਰਾ ਪਿਤਾ ਗੁਰੂ ਨਾਨਕ ਆਇਆ, ਉਹ ਝੁਕਿਆ ਤੇ ਝੁਕ ਕੇ ਮੈਨੂੰ ਚੁੱਕਿਆ ਤੇ ਆਪਣੇ ਗਲੇ ਨਾਲ ਲਾ ਲਿਆ, ਆਪਣੀ ਛਾਤੀ ਨਾਲ ਲਾ ਲਿਆ। ਜਿੱਦਣ ਝੁਕ ਜਾਵਾਂਗੇ ਉਹ ਚੁੱਕ ਲਏਗਾ, ਜਿੰਨਾ ਚਿਰ ਝੁਕਾਂਗੇ ਨਹੀਂ ਉਹ ਨਹੀਂ ਚੁੱਕਣ ਵਾਲਾ। ਬਸ ਇੰਨੀ ਕੁ ਗੱਲ ਸਮਝ ਲੈਣਾ। ਤੇ ਫਿਰ ਸਤਿਗੁਰੂ ਆਖਦੇ ਨੇ, ਉਸ ਮਾਲਕ ਨੂੰ ਤਮਾ ਨਹੀਂ ਹੈ ਤੁਹਾਡੇ ਝੁਕਣ ਦਾ ਵੀ। ਇਹ ਝੁਕਣਾ ਵੀ ਆਪਾਂ ਆਪਣੇ ਆਪੇ ਲਈਏ, ਉਹਦੇ ਲਈ ਨਹੀਂ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੀ ਦੁਨੀਆ ਮਿਲ ਕੇ ਉਹਦੀ ਵਡਿਆਈ ਕਰੀ ਜੇ, ਉਹ ਵੱਡਾ ਨਹੀਂ ਜੇ ਹੋਣਾ, ਉਹ ਜਿੰਨਾ ਹੈ ਓਨਾ ਹੀ ਰਹਿਣਾ। ਤੇ ਜੇ ਸਾਰੇ ਲੋਕ ਮੁਨਕਰ ਹੋ ਜਾਣ ਕਿ ਅਸੀਂ ਤੇ ਰੱਬ ਨੂੰ ਮੰਨਦੇ ਹੀ ਨਹੀਂ, ਉਹ ਤੇ ਰੱਬ ਹੈ ਹੀ ਨਹੀਂ, ਘਾਟ ਨਾ ਜਾਏ। ਉਹਨੇ ਘੱਟ ਨਹੀਂ ਹੋ ਜਾਣਾ, ਉਹਨੇ ਛੋਟਾ ਨਹੀਂ ਹੋ ਜਾਣਾ। ਉਹ ਜੋ ਹੈ ਉਹ ਸੋ ਹੈ। ਉਹ ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹ ਨਾ ਛੋਟਾ ਹੁੰਦਾ ਹੈ ਨਾ ਵੱਡਾ ਹੁੰਦਾ ਹੈ। ਜੇ ਝੁਕਣਾ ਹੈ ਤੇ ਆਪਾਂ ਆਪਣੇ ਆਪੇ ਲਈ ਝੁਕਣਾ ਹੈ, ਆਪਣੇ ਸਵਾਰਥ ਲਈ ਝੁਕਣਾ ਹੈ। ਜੇ ਮਾਲਕ ਦੀ ਵਡਿਆਈ ਕਰਨੀ ਹੈ ਤੇ ਆਪਾਂ ਆਪਣੇ ਲਈ ਕਰਨੀ ਹੈ, ਆਪਣੇ ਭਲੇ ਲਈ ਕਰਨੀ ਹੈ। ਸੋ ਸਤਿਗੁਰੂ ਜੀ ਨੇ ਸਾਨੂੰ ਇਸ ਫਲਗੁਨ ਦੇ ਮਹੀਨੇ ਵਿੱਚ ਇਹ ਗੱਲ ਸਮਝਾ ਦਿੱਤੀ ਹੈ, ਫਲਗੁਨ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਰੱਬ ਦੇ ਜਿਹੜੇ ਸੰਤ ਹੁੰਦੇ ਨੇ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹ ਰੱਬ ਦੇ ਤੇ ਜੀਵ ਆਤਮਾ ਦੇ ਮਿਲਾਪ ਵਿੱਚ ਸਹਾਇਕ ਬਣਦੇ ਨੇ। ਜਿਵੇਂ ਵਿਚੋਲਾ ਨਹੀਂ ਬਣਦਾ ਕੋਈ, ਉਹ ਵਿਚੋਲਾ ਬਣ ਕੇ ਇਸ ਜੀਵ ਆਤਮਾ ਦਾ ਉਸ ਪ੍ਰਭੂ ਦੇ ਨਾਲ ਮਿਲਾਪ ਕਰਾਉਣ ਵਿੱਚ ਸਹਾਇਤਾ ਕਰਦੇ ਨੇ। ਜਦੋਂ ਮਿਲਾਪ ਹੁੰਦਾ ਹੈ, ਜਦੋਂ ਸੱਜਣ ਅੰਦਰੋਂ ਪ੍ਰਗਟ ਹੁੰਦੇ ਨੇ ਤੇ ਆਨੰਦ ਅੰਦਰ ਪੈਦਾ ਹੋ ਜਾਂਦਾ ਹੈ। ਤੇ ਅਖੀਰ ਤੇ ਗੁਰੂ ਜੀ ਨੇ ਆਖਿਆ, ਭਾਈ ਉਸ ਮਾਲਕ ਨੂੰ ਸਦਾ ਹੀ ਸਲਾਉਂਦੇ ਰਹਿਣਾ ਚਾਹੀਦਾ ਹੈ, ਜਿਸ ਨੂੰ ਸਲਾਉਣ ਦਾ ਕੋਈ ਤਮਾ ਨਹੀਂ। ਇਹ ਸਗੋਂ ਅਸੀਂ ਆਪਣੇ ਭਲੇ ਲਈ ਉਸ ਮਾਲਕ ਦੇ ਅੱਗੇ ਅਰਜ਼ ਕਰਨੀ ਹੈ, ਅਰਦਾਸ ਕਰਨੀ ਹੈ, ਉਹਦੇ ਅੱਗੇ ਝੁਕ ਜਾਣਾ ਹੈ। ਤੇ ਸਾਨੂੰ ਝੁਕਿਆ ਹੋਇਆਂ ਨੂੰ, ਥੱਲੇ ਡਿੱਗਿਆ ਹੋਇਆਂ ਨੂੰ
ਮਾਲਕ ਚੁੱਕ ਕੇ ਆਪਣੇ ਗਲੇ ਨਾਲ ਜ਼ਰੂਰ ਲਾ ਲਏਗਾ। ਅੱਜ ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।